ਪਾਲੋ ਕੋਲਹੋ ਦੀ ਅਨੁਵਾਦਿਤ ਪੁਸਤਕ ਦਲਬੀਰ ਸਿੰਘ ਰਾਹੀਂ ਹੈ ਸੁਪਨ ਸਾਜ਼, ਸੁਪਨਿਆਂ ਦੀ ਭਾਲ ਦੀ ਜਾਦੂਈ ਕਥਾ। ਪਹਿਲਾ ਅੰਗ। ਮੁੰਡੇ ਦਾ ਨਾਂ ਸੰਤਿਆਗੋ ਸੀ। ਸ਼ਾਮ ਦਾ ਕੁਸਮਸਾ ਹੋ ਰਿਹਾ ਸੀ ਜਦੋਂ ਮੁੰਡਾ ਆਪਣੇ ਇੱਜੜ ਨੂੰ ਲੈ ਕੇ ਉਜਾੜ ਪਏ ਹੋਏ ਚਰਚ 'ਚ ਪਹੁੰਚਿਆ। ਇਹਦੀ ਛੱਤ ਬਹੁਤ ਲੰਮਾ ਸਮਾਂ ਪਹਿਲਾਂ ਡਿੱਗ ਚੁੱਕੀ ਸੀ ਤੇ ਜਿੱਥੇ ਕਿਸੇ ਸਮੇਂ ਪਵਿੱਤਰ ਵਸਤਾਂ ਰੱਖੀਆਂ ਹੁੰਦੀਆਂ ਸੀ ਉੱਥੇ ਇੱਕ ਅੰਜੀਲ ਦਾ ਵੱਡਾ ਦਰਖਤ ਉੱਗਿਆ ਹੋਇਆ ਸੀ। ਉਹਨੇ ਰਾਤ ਇੱਥੇ ਹੀ ਬਿਤਾਉਣ ਦਾ ਫੈਸਲਾ ਕੀਤਾ। ਉਹਨੇ ਸਾਰੀਆਂ ਭੇਡਾਂ ਟੁੱਟੇ ਫੁੱਟੇ ਦਰਵਾਜ਼ੇ ਵਿੱਚ ਦੀ ਅੰਦਰ ਦਾਖਲ ਕੀਤੀਆਂ ਤੇ ਲੱਕੜੀ ਦੇ ਕੁਝ ਪਲੜੇ ਦਰਵਾਜ਼ੇ ਦੇ ਮੂਹਰੇ ਇਸ ਤਰ੍ਹਾਂ ਅੜਾਏ ਕਿ ਰਾਤ ਵੇਲੇ ਉਹਦਾ ਇੱਜੜ ਬਾਹਰ ਨਾ ਨਿਕਲ ਸਕੇ। ਇਸ ਇਲਾਕੇ 'ਚ ਭੇੜੀਏ ਨਹੀਂ ਸਨ। ਫਿਰ ਵੀ ਇੱਕ ਵਾਰ ਜਦੋਂ ਕੋਈ ਜਾਨਵਰ ਰਾਤ ਵੇਲੇ ਬਾਹਰ ਨਿਕਲ ਗਿਆ ਤਾਂ ਮੁੰਡੇ ਨੂੰ ਅਗਲਾ ਸਾਰਾ ਦਿਨ ਉਹਨੂੰ ਲੱਭਣ 'ਚ ਹੀ ਲਗਾਉਣਾ ਪੈਣਾ ਸੀ। ਉਹਨੇ ਆਪਣੀ ਜੈਕਟ ਨਾਲ ਫਰਸ਼ ਸਾਫ਼ ਕੀਤਾ, ਲੰਮਾ ਪੈ ਗਿਆ। ਸਿਰਹਾਣੇ ਦੀ ਥਾਂ ਉਹਨੇ ਉਹ ਕਿਤਾਬ ਰੱਖ ਲਈ ਜਿਹੜੀ ਹੁਣੇ ਪੜ੍ਹ ਕੇ ਹਟਿਆ ਸੀ। ਉਹਨੇ ਆਪਣੇ ਆਪ ਨੂੰ ਹੀ ਕਿਹਾ ਕਿ ਉਹਨੂੰ ਹੁਣ ਮੋਟੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਕਿਉਂਕਿ ਇਹ ਲੰਮਾ ਸਮਾਂ ਵੀ ਚੱਲਦੀਆਂ ਤੇ ਇਹਨਾਂ ਦਾ ਸਿਰਹਾਣਾ ਵੀ ਵਧੇਰੇ ਆਰਾਮਦੇਹ ਹੁੰਦਾ। ਜਦੋਂ ਉਹਦੀ ਜਾਗ ਖੁੱਲੀ ਅਜੇ ਹਨੇਰਾ ਹੀ ਸੀ। ਉੱਪਰ ਦੇਖਦਿਆਂ ਅੱਧੀ ਡਿੱਗੀ ਹੋਈ ਛੱਤ 'ਚੋਂ ਉਹਨੂੰ ਤਾਰੇ ਦਿਖਾਈ ਦੇ ਰਹੇ ਸੀ। ਉਹ ਸੋਚਿਆ ਮੇਰੀ ਅਜੇ ਹੋਰ ਸੌਣ ਦੀ ਇੱਛਾ ਸੀ। ਉਸ ਰਾਤ ਉਹਨੂੰ ਉਹੀ ਸੁਪਨਾ ਆਇਆ ਜਿਹੜਾ ਹਫ਼ਤਾ ਪਹਿਲਾਂ ਆਇਆ ਸੀ ਤੇ ਇਸ ਵਾਰੀ ਵੀ ਉਹ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਜਾਗ ਪਿਆ ਸੀ। ਉਹ ਉੱਠਿਆ। ਆਪਣਾ ਢਾਂਗਾ ਚੁੱਕਦੇ ਹੋਏ ਉਹਨੇ ਸੁੱਤੀਆਂ ਪਈਆਂ ਭੇਡਾਂ ਨੂੰ ਜਗਾਉਣਾ ਸ਼ੁਰੂ ਕੀਤਾ। ਉਹਨੇ ਦੇਖਿਆ ਕਿ ਜਿਉਂ ਉਹ ਜਾਗਿਆ ਬਹੁਤੇ ਜਾਨਵਰਾਂ 'ਚ ਹਿਲਜੁਲ ਹੋਣੀ ਸ਼ੁਰੂ ਹੋ ਗਈ ਸੀ। ਐਂ ਲੱਗਦਾ ਜਿਵੇਂ ਕਿਸੇ ਭੇਦ ਭਰੀ ਸ਼ਕਤੀ ਨੇ ਉਹਦੀ ਜ਼ਿੰਦਗੀ ਨੂੰ ਭੇਡਾਂ ਦੀ ਜ਼ਿੰਦਗੀ ਨਾਲ ਆਪਸ 'ਚ ਬੰਨ੍ਹ ਕੇ ਰੱਖਿਆ ਹੋਇਆ ਸੀ, ਜਿਨ੍ਹਾਂ ਨਾਲ ਉਹਨੇ ਪਿਛਲੇ 2 ਸਾਲ ਬਿਤਾਏ ਸਨ ਤੇ ਖੁਰਾਕ ਤੇ ਪਾਣੀ ਦੀ ਭਾਲ 'ਚ ਉਹਨਾਂ ਨੂੰ ਲੈ ਕੇ ਪਿੰਡਾਂ 'ਚ ਘੁੰਮਦਾ ਰਿਹਾ ਸੀ। ਉਹ ਬੁੜਬੁੜਾਇਆ, ਇਹ ਮੇਰੇ ਨਾਲ ਇੰਨਾ ਹਿਲ ਗਈਆਂ ਕਿ ਮੇਰੇ ਨਿੱਤ ਦੇ ਪ੍ਰੋਗਰਾਮ ਨੂੰ ਵੀ ਜਾਣਨ ਲੱਗ ਪਈਆਂ। ਪਲ ਭਰ ਲਈ ਅਜਿਹਾ ਸੋਚਣ ਤੋਂ ਬਾਅਦ ਉਹਨੇ ਮਹਿਸੂਸ ਕੀਤਾ ਕਿ ਖਬਰੇ ਇਹ ਗੱਲ ਉਲਟ ਵੀ ਹੋ ਸਕਦੀ ਹੈ। ਇਹ ਵੀ ਹੋ ਸਕਦਾ ਕਿ ਖੁਦ ਉਹੀ ਭੇਡਾਂ ਦੇ ਸੌਣ ਜਾਗਣ ਦਾ ਆਦੀ ਹੋ ਗਿਆ ਹੋਵੇ। ਫਿਰ ਵੀ ਕੁਝ ਐਸੀਆਂ ਵੀ ਸਨ ਜਿਹੜੀਆਂ ਰਤਾ ਦੇਰੀ ਨਾਲ ਉੱਠਦੀਆਂ ਸਨ। ਮੁੰਡੇ ਨੇ ਉਹਨਾਂ ਨੂੰ ਵਾਰੀ-ਵਾਰੀ ਜਾ ਕੇ ਆਪਣੇ ਢਾਂਗੇ ਨਾਲ ਹਿਲਾਇਆ, ਹਰੇਕ ਨੂੰ ਉਹਦੇ ਨਾਂ ਨਾਲ ਬੁਲਾਇਆ। ਉਹਦਾ ਹਮੇਸ਼ਾ ਯਕੀਨ ਰਿਹਾ ਸੀ ਕਿ ਭੇਡਾਂ ਉਹਦੀ ਗੱਲ ਸਮਝ ਜਾਂਦੀਆਂ, ਇਸ ਲਈ ਕਦੇ-ਕਦੇ ਤਾਂ ਉਹ ਕਿਤਾਬ ਦੇ ਉਹ ਹਿੱਸੇ ਵੀ ਉਹਨਾਂ ਨੂੰ ਪੜ੍ਹ ਕੇ ਸੁਣਾਉਂਦਾ ਸੀ ਜਿਹੜੇ ਉਹਨੂੰ ਖੁਦ ਨੂੰ ਚੰਗੇ ਲੱਗੇ ਸੀ। ਫਿਰ ਕਦੇ-ਕਦੇ ਉਹਨਾਂ ਨਾਲ ਆਜੜੀ ਦੀ ਇਕੱਲਤਾ ਤੇ ਖੁਸ਼ੀਆਂ ਬਾਰੇ ਵੀ ਗੱਲਾਂ ਕਰਦਾ। ਕਦੇ-ਕਦੇ ਉਹਨਾਂ ਨਾਲ ਹੁਣੇ ਲੰਘ ਕੇ ਆਏ ਪਿੰਡਾਂ 'ਚ ਦੇਖੀਆਂ ਗੱਲਾਂ ਬਾਰੇ ਵੀ ਚਰਚਾ ਕਰਦਾ। ਪਰ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨਾਲ ਸਿਰਫ ਇੱਕੋ ਮਸਲੇ ਬਾਰੇ ਗੱਲ ਕਰਦਾ ਆ ਰਿਹਾ ਸੀ, ਉਸ ਕੁੜੀ ਬਾਰੇ ਜਿਹੜੀ ਇੱਕ ਐਸੇ ਪਿੰਡ ਦੇ ਇੱਕ ਵਪਾਰੀ ਦੀ ਧੀ ਸੀ ਜਿੱਥੇ ਉਹਨਾਂ ਕਰੀਬ 4 ਦਿਨਾਂ 'ਚ ਪਹੁੰਚ ਜਾਣਾ ਸੀ। ਉਹ ਇਸ ਪਿੰਡ 'ਚ ਸਿਰਫ ਇੱਕੋ ਵਾਰੀ ਗਏ ਸਨ ਤੇ ਉਹ ਵੀ ਕਰੀਬ ਸਾਲ ਪਹਿਲਾਂ। ਵਪਾਰੀ ਸੁੱਕੀਆਂ ਵਸਤਾਂ ਦਾ ਕਾਰੋਬਾਰ ਕਰਦਾ ਸੀ ਤੇ ਉਹਦੀ ਸ਼ਰਤ ਹੁੰਦੀ ਸੀ ਕਿ ਭੇਡਾਂ ਦੀ ਉੱਨ ਉਹਦੇ ਸਾਹਮਣੇ ਲਾਈ ਜਾਵੇ ਤਾਂ ਕਿ ਕੋਈ ਉਸ ਨਾਲ ਧੋਖਾ ਨਾ ਕਰ ਸਕੇ। ਮੁੰਡੇ ਨੂੰ ਉਹਦੇ ਕਿਸੇ ਮਿੱਤਰ ਨੇ ਇਸ ਦੁਕਾਨ ਬਾਰੇ ਦੱਸਿਆ ਸੀ ਤੇ ਉਹ ਆਪਣੀਆਂ ਭੇਡਾਂ ਲੈ ਕੇ ਉੱਥੇ ਪਹੁੰਚ ਗਿਆ ਸੀ। ਦੂਸਰਾ ਅੰਗ। ਮੈਂ ਕੁਝ ਉੱਨ ਵੇਚਣੀ ਹੈ, ਮੁੰਡੇ ਨੇ ਵਪਾਰੀ ਨੂੰ ਕਿਹਾ। ਦੁਕਾਨ 'ਚ ਕਾਫੀ ਗਾਹਕੀ ਸੀ, ਇਸ ਲਈ ਦੁਕਾਨਦਾਰ ਨੇ ਆਜੜੀ ਨੂੰ ਦੁਪਹਿਰ ਤੱਕ ਉਡੀਕਣ ਲਈ ਕਿਹਾ। ਇਸ ਲਈ ਮੁੰਡਾ ਦੁਕਾਨ ਦੀਆਂ ਪੌੜੀਆਂ ਤੇ ਬੈਠ ਗਿਆ ਤੇ ਆਪਣੇ ਝੋਲੇ 'ਚੋਂ ਕਿਤਾਬ ਕੱਢ ਕੇ ਪੜ੍ਹਨ ਲੱਗਾ। ਉਹਦੇ ਪਿੱਛੋਂ ਕਿਸੇ ਕੁੜੀ ਦੀ ਆਵਾਜ਼ ਆਈ। ਮੈਂ ਨਹੀਂ ਸੀ ਜਾਣਦੀ ਕਿ ਆਜੜੀ ਵੀ ਪੜ੍ਹਨਾ ਜਾਣਦੇ ਹੈ। ਕੁੜੀ ਦਾ ਰੂਪ ਰੰਗ ਅੰਦਾਲੂਸ਼ੀਆ ਖੇਤਰ 'ਚ ਪਾਈਆਂ ਜਾਂਦੀਆਂ ਕੁੜੀਆਂ ਵਰਗਾ ਹੀ ਸੀ। ਉਹਦੇ ਕਾਲੇ ਲਹਿਰਾਉਂਦੇ ਵਾਲ ਸਨ ਤੇ ਅੱਖਾਂ ਐਸੀਆਂ ਜਿਹੜੀਆਂ ਕੁਝ ਹੱਦ ਤੱਕ ਮੂਰ ਜੇਤੂਆਂ ਨਾਲ ਮਿਲਦੀਆਂ ਸਨ। ਉਹਨੇ ਜਵਾਬ ਦਿੱਤਾ, ਹਾਂ, ਮੈਂ ਆਮ ਤੌਰ ਤੇ ਕਿਤਾਬਾਂ ਦੇ ਮੁਕਾਬਲੇ ਆਪਣੀਆਂ ਭੇਡਾਂ ਤੋਂ ਜ਼ਿਆਦਾ ਸਿੱਖਦਾ। ਜਿਹੜੇ 2 ਘੰਟੇ ਉਹ ਆਪਸ 'ਚ ਗੱਲਾਂ ਕਰਦੇ ਰਹੇ, ਉਹਨਾਂ ਦੌਰਾਨ ਕੁੜੀ ਨੇ ਦੱਸਿਆ ਕਿ ਉਹ ਵਪਾਰੀ ਦੀ ਧੀ ਸੀ। ਉਹਨੇ ਨਾਲ ਹੀ ਪਿੰਡ ਦੀ ਜ਼ਿੰਦਗੀ ਬਾਰੇ ਵੀ ਗੱਲਾਂ ਕੀਤੀਆਂ ਜਿੱਥੇ ਹਰ ਦਿਨ ਇੱਕੋ ਜਿਹਾ ਹੀ ਹੁੰਦਾ ਹੈ। ਆਜੜੀ ਨੇ ਉਹਨੂੰ ਅੰਦਾਲੂਸ਼ੀਆ ਦੇ ਪੇਂਡੂ ਇਲਾਕੇ ਬਾਰੇ ਦੱਸਿਆ ਤੇ ਨਾਲ ਹੀ ਉਹਨਾਂ ਹੋਰ ਪਿੰਡਾਂ ਤੇ ਸ਼ਹਿਰਾਂ ਦੀਆਂ ਖਬਰਾਂ ਵੀ ਸੁਣਾਈਆਂ ਜਿੱਥੇ ਉਹ ਰੁਕਦਾ ਰਿਹਾ ਸੀ। ਆਪਣੀਆਂ ਭੇਡਾਂ ਦੀ ਥਾਂ ਕਿਸੇ ਹੋਰ ਨਾਲ ਗੱਲ ਕਰਨਾ ਉਹਨੂੰ ਸੁਖਾਵਾਂ ਲੱਗ ਰਿਹਾ ਸੀ। ਤੂੰ ਪੜ੍ਹਨਾ ਕਿੱਥੋਂ ਸਿੱਖਿਆ ਸੀ? ਕੁੜੀ ਨੇ ਸਵਾਲ ਕੀਤਾ। ਉਸ ਜਵਾਬ ਦਿੱਤਾ, ਜਿਵੇਂ ਹਰ ਕੋਈ ਸਿੱਖਦਾ, ਸਕੂਲ 'ਚ। ਤੇ ਜੇ ਤੂੰ ਪੜ੍ਹਨਾ ਜਾਣਦਾ ਤਾਂ ਤੂੰ ਆਜੜੀ ਕਿਉਂ ਹੈ? ਮੁੰਡੇ ਨੇ ਜਵਾਬ 'ਚ ਕੁਝ ਬੁੜਬੁੜ ਕੀਤੀ ਜਿਸ ਨਾਲ ਉਹ ਕੁੜੀ ਦੇ ਸਵਾਲ ਦਾ ਜਵਾਬ ਦੇਣ ਤੋਂ ਬਚ ਗਿਆ। ਉਹਨੂੰ ਪੱਕਾ ਪਤਾ ਸੀ ਕਿ ਕੁੜੀ ਉਹਦੀ ਗੱਲ ਨੂੰ ਸਮਝ ਨਹੀਂ ਸਕੇਗੀ। ਉਹ ਆਪਣੇ ਸਫ਼ਰ ਦੀਆਂ ਕਹਾਣੀਆਂ ਦੱਸਦਾ ਰਿਹਾ। ਕੁੜੀ ਦੀਆਂ ਚਮਕੀਲੀਆਂ ਮੂਰੀ ਅੱਖਾਂ ਡਰ ਤੇ ਹੈਰਾਨੀ ਨਾਲ ਚੌੜੀਆਂ ਹੁੰਦੀਆਂ ਰਹੀਆਂ। ਜਿਉਂ-ਜਿਉਂ ਸਮਾਂ ਲੰਘਦਾ ਰਿਹਾ ਮੁੰਡੇ ਨੇ ਮਹਿਸੂਸ ਕੀਤਾ ਕਿ
ਇਹ ਦਿਨ ਕਦੇ ਵੀ ਮੁੱਕਣਾ ਨਹੀਂ ਚਾਹੀਦਾ। ਅੰਦਰ ਹੀ ਅੰਦਰ ਆਸ ਕਰਨ ਲੱਗਾ ਕਿ ਕੁੜੀ ਦਾ ਪਿਤਾ ਲਗਾਤਾਰ ਰੁੱਝਿਆ ਰਹੇਗਾ ਤੇ 3 ਦਿਨ ਤੱਕ ਉਹਨੂੰ ਉਡੀਕ ਕਰਵਾਉਂਦਾ ਰਹੇਗਾ। ਉਹਨੇ ਮਹਿਸੂਸ ਕੀਤਾ ਕਿ ਉਹਦੇ ਅੰਦਰ ਐਸਾ ਕੁਝ ਹੋ ਰਿਹਾ ਸੀ ਜਿਹੜਾ ਪਹਿਲਾਂ ਕਦੇ ਨਹੀਂ ਸੀ ਹੋਇਆ। ਉਹਦੇ ਅੰਦਰ ਇੱਕ ਥਾਂ ਤੇ ਸਦਾ ਲਈ ਟਿਕ ਕੇ ਰਹਿਣ ਦੀ ਇੱਛਾ ਪੈਦਾ ਹੋ ਰਹੀ ਸੀ। ਕਾਲੇ ਸ਼ਾਹ ਵਾਲਾਂ ਵਾਲੀ ਕੁੜੀ ਦੀ ਮੌਜੂਦਗੀ 'ਚ ਉਹਨੇ ਦਿਨ ਪਹਿਲਾਂ ਵਰਗੇ ਨਹੀਂ ਰਹਿਣਗੇ। ਪਰ ਆਖਰਕਾਰ ਵਪਾਰੀ ਬਾਹਰ ਆਇਆ ਤੇ ਉਹਨੇ ਮੁੰਡੇ ਨੂੰ 4 ਭੇਡਾਂ ਮੁੰਨਣ ਲਈ ਕਿਹਾ। ਉਹਨੇ ਉਹਨਾਂ ਦੇ ਪੈਸੇ ਦਿੱਤੇ ਤੇ ਆਜੜੀ ਨੂੰ ਕਿਹਾ ਕਿ ਉਹ ਅਗਲੇ ਸਾਲ ਫੇਰ ਵਾਪਸ ਆਵੇ। ਅੰਗ ਤੀਸਰਾ। ਅਤੇ ਹੁਣ ਸਿਰਫ 4 ਦਿਨ ਹੀ ਰਹਿੰਦੇ ਸਨ ਤੇ ਉਹਨੇ ਮੁੜ ਉਸੇ ਪਿੰਡ ਪਹੁੰਚ ਜਾਣਾ ਸੀ। ਉਹ ਬੜਾ ਉਤਸ਼ਾਹ ਵਿੱਚ ਸੀ ਤੇ ਕਦੇ-ਕਦੇ ਔਖਿਆਈ ਵੀ ਮਹਿਸੂਸ ਕਰਦਾ ਸੀ। ਖਬਰੇ ਕੁੜੀ ਉਹਨੂੰ ਭੁੱਲ ਹੀ ਚੁੱਕੀ ਹੋਵੇ। ਪਤਾ ਨਹੀਂ ਕਿੰਨੇ ਸਾਰੇ ਆਜੜੀ ਉੱਥੋਂ ਦੀ ਲੰਘਦੇ ਐ, ਆਪਣੀ ਉੱਨ ਵੇਚਦੇ ਐ। ਉਹਨੇ ਆਪਣੀ ਭੇਡਾਂ ਨੂੰ ਕਿਹਾ, ਕੋਈ ਫਰਕ ਨਹੀਂ ਪੈਂਦਾ, ਮੈਂ ਕਈ ਹੋਰ ਥਾਵਾਂ ਤੇ ਹੋਰ ਕੁੜੀਆਂ ਨੂੰ ਵੀ ਜਾਣਦਾ। ਪਰ ਆਪਣੇ ਦਿਲ ਦੇ ਧੁਰ ਅੰਦਰ ਤੱਕ ਉਹ ਜਾਣਦਾ ਸੀ ਕਿ ਫਰਕ ਪੈਂਦਾ ਹੈ। ਉਹ ਇਹ ਵੀ ਜਾਣਦਾ ਸੀ ਕਿ ਸਮੁੰਦਰੀ ਜਹਾਜ਼ੀਆਂ ਤੇ ਫੇਰੀ ਵਾਲਿਆਂ ਵਾਂਗ ਆਜੜੀਆਂ ਨੂੰ ਵੀ ਇਸੇ ਸ਼ਹਿਰ ਤੇ ਪਿੰਡ ਸਦਾ ਲੱਭ ਪੈਂਦੇ ਐ, ਜਿੱਥੇ ਕੋਈ ਨਾ ਕੋਈ ਐਸਾ ਬੰਦਾ ਮਿਲ ਜਾਂਦਾ ਸੀ ਜਿਹੜਾ ਉਹਨਾਂ ਨੂੰ ਚਿੰਤਾ ਮੁਕਤ ਹੋ ਕੇ ਘੁੰਮਣ ਫਿਰਨ ਦੇ ਆਨੰਦ ਨੂੰ ਭੁਲਾਉਣ ਦਾ ਕੰਮ ਕਰਦਾ ਸੀ। ਦਿਨ ਚੜ੍ਹ ਰਿਹਾ ਸੀ ਤੇ ਆਜੜੀ ਨੇ ਆਪਣੀਆਂ ਭੇਡਾਂ ਨੂੰ ਸੂਰਜ ਦੀ ਦਿਸ਼ਾ ਵੱਲ ਹੱਕਣਾ ਸ਼ੁਰੂ ਕੀਤਾ। ਭੇਡਾਂ ਨੂੰ ਕਦੇ ਵੀ ਕੋਈ ਫੈਸਲਾ ਨਹੀਂ ਸੀ ਕਰਨਾ ਪੈਂਦਾ। ਮੁੰਡੇ ਨੇ ਸੋਚਿਆ, ਖਬਰੇ ਇਸੇ ਲਈ ਉਹ ਸਦਾ ਮੇਰੇ ਨੇੜੇ ਰਹਿੰਦੀਆਂ। ਭੇਡਾਂ ਦਾ ਖਾਣੇ ਤੇ ਪਾਣੀ ਨਾਲ ਹੀ ਸੰਬੰਧ ਸੀ। ਜਦੋਂ ਤੱਕ ਮੁੰਡੇ ਨੂੰ ਪਤਾ ਹੋਏਗਾ ਕਿ ਅੰਦਾਲੂਸ਼ੀਆ 'ਚ ਬਿਹਤਰੀਨ ਚਰਾਗਾਹਾਂ ਕਿਵੇਂ ਲੱਭਣਗੀਆਂ, ਉਦੋਂ ਤੱਕ ਉਹਦੀਆਂ ਮਿੱਤਰ ਰਹਿਣਗੀਆਂ। ਹਾਂ, ਉਹਨਾਂ ਦੇ ਦਿਨ ਇੱਕੋ ਜਿਹੇ ਸਨ। ਸੂਰਜ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਅਮੁੱਕ ਸਮਾਂ ਲੰਘਾਉਣਾ ਪੈਂਦਾ ਸੀ ਤੇ ਭੇਡਾਂ ਨੇ ਤਾਂ ਕਦੇ ਵੀ ਕੋਈ ਕਿਤਾਬ ਨਹੀਂ ਪੜ੍ਹੀ, ਨਾ ਹੀ ਉਦੋਂ ਮੁੰਡੇ ਦੀ ਗੱਲ ਸਮਝਦੀਆਂ ਸੀ ਜਦੋਂ ਉਹਨਾਂ ਨੂੰ ਸ਼ਹਿਰਾਂ ਦੇ ਦ੍ਰਿਸ਼ਾਂ ਬਾਰੇ ਦੱਸਿਆ ਕਰਦਾ ਸੀ। ਉਹ ਸਿਰਫ ਖਾਣਾ ਤੇ ਪਾਣੀ ਤੱਕ ਹੀ ਸੰਤੁਸ਼ਟ ਸਨ ਤੇ ਇਹਦੇ ਬਦਲੇ ਉਹ ਮੁੰਡੇ ਨੂੰ ਨਾ ਸਿਰਫ ਆਪਣੀ ਉੱਨ ਹੀ ਦਿੰਦੀਆਂ, ਸਗੋਂ ਉਹਨੂੰ ਸਾਥ ਵੀ ਦਿੰਦੀਆਂ ਤੇ ਕਦੇ-ਕਦੇ ਆਪਣਾ ਮੀਟ ਵੀ। ਮੁੰਡੇ ਨੇ ਸੋਚਿਆ ਕਿ ਜੇ ਮੈਂ ਅੱਜ ਦਾਨਵ ਬਣ ਜਾਵਾਂ ਤੇ ਇਹਨਾਂ ਭੇਡਾਂ ਨੂੰ ਵਾਰੀ-ਵਾਰੀ ਮਾਰਨਾ ਸ਼ੁਰੂ ਕਰ ਦੇਵਾਂ, ਇਹਨਾਂ ਨੂੰ ਉਦੋਂ ਹੀ ਪਤਾ ਲੱਗੇਗਾ ਜਦੋਂ ਬਹੁਤ ਸਾਰਾ ਇੱਜੜ ਵੱਢਿਆ ਜਾ ਚੁੱਕਿਆ ਹੋਏਗਾ। ਇਹ ਮੇਰੇ ਤੇ ਯਕੀਨ ਕਰਦੀਆਂ ਹਨ ਤੇ ਇਹਨਾਂ ਨੂੰ ਇਹ ਭੁੱਲ ਹੀ ਗਿਆ ਕਿ ਆਪਣੇ ਆਪ ਕਿਵੇਂ ਜਿਉਣਾ ਹੈ, ਕਿਉਂਕਿ ਇਹਨਾਂ ਨੂੰ ਖਾਣੇ ਤੱਕ ਮੈਂ ਪਹੁੰਚਾਉਂਦਾ। ਮੁੰਡਾ ਆਪਣੀਆਂ ਸੋਚਾਂ ਤੇ ਹੈਰਾਨ ਰਹਿ ਗਿਆ। ਹੋ ਸਕਦਾ ਹੈ ਉਹ ਉਸ ਚਰਚ ਵਿੱਚ ਭੂਤ ਵਸਦੇ ਹੋਣ ਜਿਹਦੇ ਅੰਦਰ ਅੰਜੀਲ ਦਾ ਦਰਖਤ ਉੱਗਿਆ ਹੋਇਆ ਸੀ। ਇਸੇ ਕਾਰਨ ਹੀ ਉਹਨੂੰ ਇੱਕੋ ਸੁਪਨਾ 2 ਵਾਰੀ ਆਇਆ ਸੀ। ਇਸੇ ਸੁਪਨੇ ਕਾਰਨ ਉਹਨੂੰ ਆਪਣੀਆਂ ਵਫਾਦਾਰ ਸਾਥਣਾਂ ਉੱਤੇ ਗੁੱਸਾ ਆ ਰਿਹਾ ਸੀ। ਕੱਲ ਰਾਤ ਦੇ ਖਾਣੇ ਤੋਂ ਬਚੀ ਹੋਈ ਕੁਝ ਸ਼ਰਾਬ ਵਿੱਚੋਂ ਉਹਨੇ ਇੱਕ ਘੁੱਟ ਭਰਿਆ, ਆਪਣੀ ਜੈਕਟ ਨੂੰ ਆਪਣੇ ਸਰੀਰ ਦੇ ਦੁਆਲੇ ਘੁੱਟ ਲਿਆ। ਉਹ ਜਾਣਦਾ ਸੀ ਕੁਝ ਘੰਟੇ ਬਾਅਦ ਜਦੋਂ ਸੂਰਜ ਸਿਰ ਤੇ ਹੋਏਗਾ ਤਾਂ ਗਰਮੀ ਇੰਨੀ ਹੋ ਜਾਏਗੀ ਕਿ ਉਹ ਆਪਣੀਆਂ ਭੇਡਾਂ ਨੂੰ ਖੇਤਾਂ ਵਿੱਚ ਦੀ ਨਹੀਂ ਤੋਰ ਸਕੇਗਾ। ਇਹ ਦਿਨ ਦਾ ਉਹ ਸਮਾਂ ਹੁੰਦਾ ਜਦੋਂ ਗਰਮੀਆਂ ਦੇ ਦਿਨ ਹੀ ਸਾਰਾ ਸਪੇਨ ਸੌਂ ਜਾਂਦਾ ਸੀ। ਰਾਤ ਪੈਣ ਤੱਕ ਗਰਮੀ ਰਹਿੰਦੀ ਸੀ। ਉਹਨੂੰ ਗਰਮੀ ਵਿੱਚ ਵੀ ਇਹ ਜੈਕਟ ਹਰ ਵੇਲੇ ਚੁੱਕਣੀ ਪੈਂਦੀ ਸੀ। ਪਰ ਜਦੋਂ ਉਹਨੇ ਆਪਣੇ ਇਸ ਬੋਝ ਬਾਰੇ ਮਨ 'ਚ ਉੱਠੀ ਸ਼ਿਕਾਇਤ ਬਾਰੇ ਸੋਚਿਆ ਤਾਂ ਉਹਨੂੰ ਇਹ ਵੀ ਚੇਤੇ ਆਇਆ ਕਿ ਇਸੇ ਜੈਕਟ ਸਦਕਾ ਹੀ ਉਹ ਸਵੇਰ ਦੀ ਠੰਡ ਤੋਂ ਵੀ ਬਚ ਸਕਿਆ ਸੀ। ਉਹਨੇ ਸੋਚਿਆ, ਸਾਨੂੰ ਤਬਦੀਲੀ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਜੈਕਟ ਦੇ ਭਾਰ ਤੇ ਇਸ ਵੱਲੋਂ ਹਾਸਲ ਹੁੰਦੇ ਨਿੱਘ ਲਈ ਧੰਨਵਾਦੀ ਵੀ। ਜੈਕਟ ਦਾ ਕੋਈ ਮੰਤਵ ਸੀ ਤੇ ਮੁੰਡੇ ਦਾ ਵੀ। ਜ਼ਿੰਦਗੀ 'ਚ ਉਹਦਾ ਮਤਲਬ ਸਫ਼ਰ ਕਰਨਾ ਸੀ। ਅੰਦਾਲੂਸ਼ੀਆ ਦੇ ਇਲਾਕੇ 'ਚ 2 ਸਾਲਾਂ ਤੱਕ ਤੁਰਦੇ ਰਹਿਣ ਤੋਂ ਬਾਅਦ ਉਹ ਇਸ ਇਲਾਕੇ ਦੇ ਸਾਰੇ ਸ਼ਹਿਰਾਂ ਨੂੰ ਜਾਣਨ ਲੱਗ ਪਿਆ ਸੀ। ਉਹਦਾ ਵਿਚਾਰ ਸੀ ਕਿ ਐਤਕੀ ਉਹ ਕੁੜੀ ਨੂੰ ਦੱਸੇਗਾ ਕਿ ਇੱਕ ਸਧਾਰਨ ਆਜੜੀ ਨੇ ਪੜ੍ਹਨਾ ਕਿਵੇਂ ਸਿੱਖਿਆ ਸੀ। ਉਹ ਦੱਸੇਗਾ ਕਿ ਉਹਨੇ 16 ਸਾਲ ਦੀ ਉਮਰ ਤੱਕ ਇੱਕ ਧਾਰਮਿਕ ਸਕੂਲ 'ਚ ਪੜ੍ਹਾਈ ਕੀਤੀ ਸੀ। ਉਹਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਪਾਦਰੀ ਬਣੇ, ਇਸ ਕਾਰਨ ਇੱਕ ਸਧਾਰਨ ਕਿਸਾਨ ਪਰਿਵਾਰ ਦੇ ਮਾਣ 'ਚ ਵਾਧਾ ਹੋਵੇ। ਉਹਨਾਂ ਨੂੰ ਭੇਡਾਂ ਵਾਂਗ ਹੀ ਸਿਰਫ ਖਾਣਾ ਤੇ ਪਾਣੀ ਲਈ ਹੀ ਸਖਤ ਮਿਹਨਤ ਕਰਨੀ ਪੈਂਦੀ ਸੀ। ਮੁੰਡੇ ਨੇ ਲਾਤੀਨੀ ਸਪੇਨੀ ਭਾਸ਼ਾਵਾਂ ਦੇ ਇਲਾਵਾ ਧਰਮ ਸ਼ਾਸਤਰ ਵੀ ਪੜ੍ਹਿਆ ਸੀ, ਪਰ ਬਚਪਨ ਤੋਂ ਹੀ ਉਹਦੀ ਇੱਛਾ ਸੰਸਾਰ ਨੂੰ ਜਾਣਨ ਦੀ ਸੀ। ਸੰਸਾਰ ਨੂੰ ਜਾਣਨਾ ਉਸ ਲਈ ਰੱਬ ਨੂੰ ਜਾਣਨ ਤੇ ਮਨੁੱਖ ਦੇ ਪਾਪਾਂ ਨੂੰ ਸਮਝਣ ਨਾਲੋਂ ਕਿਤੇ ਜ਼ਿਆਦਾ ਅਹਿਮੀਅਤ ਰੱਖਦਾ ਸੀ। ਇੱਕ ਸ਼ਾਮ ਆਪਣੇ ਪਰਿਵਾਰ 'ਚ ਬੈਠਿਆਂ ਉਹਨੇ ਹਿੰਮਤ ਕਰਕੇ ਆਪਣੇ ਪਿਤਾ ਨੂੰ ਦੱਸ ਹੀ ਦਿੱਤਾ ਸੀ ਕਿ ਉਹ ਪਾਦਰੀ ਨਹੀਂ ਬਣਨਾ ਚਾਹੁੰਦਾ, ਉਹ ਸਫ਼ਰ ਕਰਨਾ ਚਾਹੁੰਦਾ ਸੀ। ਅੰਗ ਚੌਥਾ। ਉਹਦੇ ਪਿਤਾ ਨੇ ਕਿਹਾ ਸੀ, ਪੁੱਤਰ, ਸਾਰੇ ਸੰਸਾਰ ਦੇ ਲੋਕ ਇਸ ਪਿੰਡ ਥਾਣੀ ਲੰਘੇ ਹਨ। ਉਹ ਨਵੀਆਂ ਚੀਜ਼ਾਂ ਦੀ ਭਾਲ ਕਰਦੇ ਹੋਏ ਆਉਂਦੇ ਹਨ, ਪਰ ਜਦੋਂ ਜਾਂਦੇ ਆ ਤਾਂ ਮੋਟੇ ਤੌਰ ਤੇ ਉਹੋ ਜਿਹੇ ਹੁੰਦੇ ਆ ਜਿਹੋ ਜਿਹੇ ਆਉਣ ਵੇਲੇ ਸੀ।
ਉਹ ਕਿਲਾ ਵੇਖਣ ਲਈ ਪਹਾੜ ਤੇ ਚੜ੍ਹਦੇ ਹੈ। ਇਹ ਸੋਚਣ ਲੱਗ ਪੈਂਦੇ ਆ ਕਿ ਬੀਤਿਆ ਸਮਾਂ ਅੱਜ ਨਾਲੋਂ ਕਿਤੇ ਚੰਗਾ ਸੀ। ਉਹਨਾਂ ਦੇ ਭੂਰੇ ਵਾਲ ਹੁੰਦੇ ਹਨ ਜਾਂ ਕਾਲੀ ਚਮੜੀ ਹੁੰਦੀ ਹੈ, ਪਰ ਉਹ ਮੋਟੇ ਤੌਰ ਤੇ ਉਸੇ ਤਰ੍ਹਾਂ ਦੇ ਲੋਕ ਹਨ ਜਿਸ ਤਰ੍ਹਾਂ ਦੇ ਇੱਥੇ ਰਹਿੰਦੇ ਹਨ। ਮੁੰਡੇ ਨੇ ਜਵਾਬ ਦਿੱਤਾ, ਪਰ ਮੈਂ ਸ਼ਹਿਰਾਂ ਦੇ ਉਹ ਕਿਲੇ ਵੇਖਣਾ ਚਾਹੁੰਦਾ ਜਿੱਥੇ ਇਹ ਲੋਕ ਰਹਿੰਦੇ ਹਨ। ਉਹਦੇ ਪਿਤਾ ਨੇ ਗੱਲ ਜਾਰੀ ਕਰਦਿਆਂ ਕਿਹਾ, ਇਹ ਲੋਕ ਜਦੋਂ ਸਾਡਾ ਰਹਿਣ ਸਹਿਣ ਵੇਖਦੇ ਹਨ ਤਾਂ ਕਹਿੰਦੇ ਹੈ ਕਿ ਉਹ ਸਦਾ ਲਈ ਇੱਥੇ ਰਹਿਣਾ ਪਸੰਦ ਕਰਨਗੇ। ਪੁੱਤਰ ਨੇ ਕਿਹਾ, ਤਾਂ ਫਿਰ ਮੈਂ ਉਹਨਾਂ ਦੀ ਧਰਤੀ ਵੇਖਣਾ ਚਾਹਾਂਗਾ ਤੇ ਇਹ ਵੀ ਕਿ ਉਹ ਕਿਵੇਂ ਰਹਿੰਦੇ ਹੈ। ਉਹਦੇ ਪਿਤਾ ਨੇ ਕਿਹਾ, ਜਿਹੜੇ ਲੋਕ ਇੱਥੇ ਆਉਂਦੇ ਹੈ ਉਹਨਾਂ ਕੋਲ ਖਰਚਣ ਲਈ ਚੋਖਾ ਪੈਸਾ ਹੁੰਦਾ ਹੈ, ਜਿਸ ਕਰਕੇ ਉਹ ਸੈਰ ਸਪਾਟਾ ਕਰ ਸਕਦੇ ਹੈ। ਸਾਡੇ ਵਿੱਚ ਤਾਂ ਸਿਰਫ ਆਜੜੀ ਹੈ ਜਿਹੜੇ ਤੁਰ ਫਿਰ ਸਕਦੇ ਹੈ। ਤਾਂ ਠੀਕ ਹੈ, ਮੈਂ ਵੀ ਆਜੜੀ ਬਣਾਂਗਾ। ਉਹਦਾ ਪਿਤਾ ਹੋਰ ਕੁਝ ਨਾ ਬੋਲਿਆ। ਅਗਲੇ ਦਿਨ ਉਹ ਆਪਣੇ ਪੁੱਤਰ ਨੂੰ ਇੱਕ ਪੋਟਲੀ ਦਿੱਤੀ ਜਿਹਦੇ 'ਚ ਸੋਨੇ ਦੇ 3 ਪੁਰਾਣੇ ਸਪੇਨੀ ਸਿੱਕੇ ਸੀ। ਇਹ ਸਿੱਕੇ ਮੈਨੂੰ ਇੱਕ ਦਿਨ ਖੇਤਾਂ 'ਚ ਲੱਭੇ ਸੀ। ਮੈਂ ਚਾਹੁੰਦਾ ਕਿ ਇਹ ਮੈਂ ਤੈਨੂੰ ਵਿਰਸੇ 'ਚ ਦੇਵਾਂ, ਪਰ ਹੁਣ ਇਹਨਾਂ ਦੀ ਵਰਤੋਂ ਆਪਣਾ ਇੱਜੜ ਖਰੀਦਣ ਲਈ ਕਰ। ਖੇਤਾਂ 'ਚ ਜਾ, ਘੁੰਮ ਫਿਰ, ਇੱਕ ਦਿਨ ਤੂੰ ਸਮਝ ਜਾਏਗਾ ਕਿ ਸਾਡਾ ਇਲਾਕਾ ਸਭ ਤੋਂ ਵਧੀਆ ਹੈ ਤੇ ਸਾਡੀਆਂ ਔਰਤਾਂ ਸਭ ਤੋਂ ਸੁੰਦਰ। ਉਹਨੇ ਮੁੰਡੇ ਨੂੰ ਆਪਣਾ ਆਸ਼ੀਰਵਾਦ ਦਿੱਤਾ। ਮੁੰਡੇ ਨੇ ਦੇਖਿਆ ਕਿ ਉਹਦੇ ਪਿਤਾ ਦੀਆਂ ਨਜ਼ਰਾਂ ਵਿੱਚ ਵੀ ਇਸ ਤਰ੍ਹਾਂ ਦੀ ਇੱਛਾ ਸੀ ਕਿ ਕਾਸ਼ ਉਹ ਵੀ ਸੰਸਾਰ ਭਰ 'ਚ ਘੁੰਮ ਸਕਦਾ। ਇਹ ਇੱਛਾ ਹਾਲੇ ਵੀ ਜਿਉਂਦੀ ਸੀ, ਹਾਲਾਂਕਿ ਉਹਦੇ ਪਿਤਾ ਨੂੰ ਕਈ ਸਾਲਾਂ ਤੱਕ ਇਸ ਇੱਛਾ ਨੂੰ ਪਾਣੀ ਤੇ ਖਾਣੇ ਲਈ ਸੰਘਰਸ਼ ਕਰਦਿਆਂ ਤੇ ਆਪਣੀ ਸਾਰੀ ਜ਼ਿੰਦਗੀ ਇੱਕੋ ਥਾਂ ਤੇ ਸੌਂਦਿਆਂ ਦਬਾਉਣੀ ਪਈ ਸੀ। ਅੰਗ 5। ਦਿਸ ਹੱਦੇ ਤੇ ਲਾਲੀ ਉੱਭਰ ਰਹੀ ਸੀ ਤੇ ਇੱਕਦਮ ਹੀ ਸੂਰਜ ਚੜ੍ਹ ਆਇਆ। ਮੁੰਡੇ ਨੇ ਆਪਣੇ ਪਿਤਾ ਨਾਲ ਹੋਈ ਗੱਲਬਾਤ ਨੂੰ ਚੇਤੇ ਕੀਤਾ ਤੇ ਉਹਦਾ ਮਨ ਖੁਸ਼ੀ ਨਾਲ ਭਰ ਗਿਆ। ਉਹ ਹੁਣ ਤੱਕ ਕਈ ਕਿਲੇ ਦੇਖ ਚੁੱਕਾ ਸੀ ਤੇ ਕਈ ਔਰਤਾਂ ਨੂੰ ਵੀ ਮਿਲ ਚੁੱਕਾ ਸੀ, ਪਰ ਉਹਨਾਂ ਵਿੱਚੋਂ ਉਹਦੇ ਬਰਾਬਰ ਕੋਈ ਵੀ ਨਹੀਂ ਸੀ ਜਿਹੜੀ ਉਹਨੂੰ ਕੁਝ ਦਿਨਾਂ ਬਾਅਦ ਮੁੜ ਮਿਲਣ ਵਾਲੀ ਸੀ। ਉਸ ਕੋਲ ਇੱਕ ਜੈਕਟ, ਇੱਕ ਕਿਤਾਬ ਜਿਹਦੇ ਬਦਲੇ ਉਹ ਦੂਜੀ ਕਿਤਾਬ ਲੈ ਲਏਗਾ, ਤੇ ਭੇਡਾਂ ਦਾ ਇੱਜੜ ਸੀ। ਪਰ ਸਭ ਤੋਂ ਅਹਿਮ ਗੱਲ ਇਹ ਸੀ ਕਿ ਉਹ ਹਰ ਰੋਜ਼ ਹੀ ਆਪਣੇ ਸੁਪਨੇ ਨੂੰ ਜੀ ਸਕਦਾ ਸੀ। ਜੇ ਉਹ ਕਦੇ ਅੰਦਾਲੂਸ਼ੀਆ ਦੀਆਂ ਚਰਾਗਾਹਾਂ ਤੋਂ ਥੱਕ ਜਾਏ ਤਾਂ ਆਪਣੀਆਂ ਭੇਡਾਂ ਵੇਚ ਦੇਗਾ, ਸਮੁੰਦਰ 'ਚ ਚਲਾ ਜਾਏਗਾ। ਜਦੋਂ ਸਮੁੰਦਰ ਤੋਂ ਵੀ ਥੱਕ ਜਾਏਗਾ ਤਾਂ ਉਹਨੇ ਇੰਨੇ ਸ਼ਹਿਰ ਤੇ ਔਰਤਾਂ ਦੇਖ ਲਈਆਂ ਹੋਣਗੀਆਂ ਕਿ ਉਹਨੂੰ ਖੁਸ਼ ਹੋਣ ਦੇ ਹੋਰ ਸਬੱਬ ਮਿਲ ਜਾਣਗੇ। ਉਹਨੇ ਚੜ੍ਹਦੇ ਸੂਰਜ ਵੱਲ ਦੇਖਦੇ ਸੋਚਿਆ ਕਿ ਮੈਂ ਰੱਬ ਨੂੰ ਧਾਰਮਿਕ ਸਕੂਲ 'ਚ ਨਹੀਂ ਸੀ ਲੱਭ ਸਕਣਾ। ਜਿੱਥੇ ਵੀ ਸੰਭਵ ਹੁੰਦਾ ਉਹ ਨਵੀਂ ਸੜਕ ਚੁਣਦਾ, ਭਾਵੇਂ ਉਹ ਇਸ ਇਲਾਕੇ 'ਚ ਵੀ ਵਿੱਚ ਦੀ ਕਈ ਵਾਰ ਲੰਘਿਆ ਸੀ। ਫਿਰ ਵੀ ਇਸ ਤੋਂ ਪਹਿਲਾਂ ਕਦੇ ਵੀ ਉਸ ਢੱਠੇ ਹੋਏ ਚਰਚ 'ਚ ਨਹੀਂ ਸੀ ਗਿਆ। ਸੰਸਾਰ ਬੜਾ ਵੱਡਾ ਤੇ ਨਾ ਖਤਮ ਹੋਣ ਵਾਲਾ ਸੀ। ਜੇ ਸਿਰਫ ਉਹ ਆਪਣੀਆਂ ਭੇਡਾਂ ਨੂੰ ਆਪਣਾ ਰਸਤਾ ਲੱਭਣ ਲਈ ਛੱਡ ਦੇਵੇ ਤਾਂ ਉਹਨੂੰ ਹੋਰ ਬਹੁਤ ਸਾਰੀਆਂ ਦਿਲਚਸਪ ਚੀਜ਼ਾਂ ਵੀ ਲੱਭ ਪੈਣਗੀਆਂ। ਸਮੱਸਿਆ ਇਹ ਹੈ ਕਿ ਭੇਡਾਂ ਤਾਂ ਇਹ ਮਹਿਸੂਸ ਵੀ ਨਹੀਂ ਕਰਦੀਆਂ ਕਿ ਉਹ ਹਰ ਰੋਜ਼ ਇੱਕ ਨਵੇਂ ਰਸਤੇ ਤੇ ਤੁਰ ਰਹੀਆਂ। ਉਹ ਇਹ ਵੀ ਨਹੀਂ ਦੇਖਦੀਆਂ ਕਿ ਖੇਤ ਨਵੇਂ ਹੈ, ਮੌਸਮ ਬਦਲ ਰਹੇ ਹੈ। ਉਹ ਸਿਰਫ ਖਾਣੇ ਤੇ ਪਾਣੀ ਬਾਰੇ ਹੀ ਸੋਚਦੀਆਂ। ਮੁੰਡੇ ਨੇ ਸੋਚਿਆ, ਖਬਰੇ ਅਸੀਂ ਸਾਰੇ ਹੀ ਇਸੇ ਤਰ੍ਹਾਂ ਦੇ ਹਾਂ। ਮੈਂ ਵੀ ਤਾਂ ਇਹੋ ਜਿਹਾ ਹੀ ਹਾਂ, ਕਿਉਂਕਿ ਜਦੋਂ ਦਾ ਮੈਂ ਵਪਾਰੀ ਦੀ ਧੀ ਨੂੰ ਮਿਲਿਆ ਉਦੋਂ ਦਾ ਮੈਂ ਕਿਸੇ ਹੋਰ ਔਰਤ ਬਾਰੇ ਸੋਚਿਆ ਤੱਕ ਨਹੀਂ। ਸੂਰਜ ਵੱਲ ਨੂੰ ਦੇਖਦੇ ਹੋਏ ਉਹਨੇ ਅੰਦਾਜ਼ਾ ਲਗਾਇਆ ਕਿ ਉਹ ਦੁਪਹਿਰ ਤੋਂ ਪਹਿਲਾਂ ਹੀ ਤਾਰੀਫਾ ਪਹੁੰਚ ਜਾਏਗਾ। ਇੱਥੇ ਉਹ ਆਪਣੀ ਕਿਤਾਬ ਦੇ ਬਦਲੇ ਇੱਕ ਮੋਟੀ ਕਿਤਾਬ ਲੈ ਲਏਗਾ, ਸ਼ਰਾਬ ਦੀ ਬੋਤਲ ਭਰੇਗਾ, ਦਾੜੀ ਮੁੰਨਾਏਗਾ, ਸਿਰ ਦੇ ਵਾਲ ਕਟਾਏਗਾ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਕੁੜੀ ਨਾਲ ਮੁਲਾਕਾਤ ਲਈ ਤਿਆਰ ਕਰੇਗਾ। ਉਹ ਇਸ ਸੋਚ ਨੂੰ ਆਉਣ ਹੀ ਨਹੀਂ ਸੀ ਦੇਣਾ ਚਾਹੁੰਦਾ ਕਿ ਵੱਡੇ ਇੱਜੜ ਵਾਲਾ ਕੋਈ ਆਜੜੀ ਪਹਿਲਾਂ ਹੀ ਉਸ ਕੋਲ ਪਹੁੰਚ ਚੁੱਕਾ ਹੈ ਤੇ ਉਸ ਕੁੜੀ ਦਾ ਹੱਥ ਵੀ ਮੰਗ ਚੁੱਕਾ ਹੈ। ਉਹਨੇ ਸੂਰਜ ਵੱਲ ਦੇਖਦੇ ਹੋਏ ਸੋਚਿਆ ਕਿ ਸੁਪਨੇ ਨੂੰ ਸੱਚ ਕਰਨ ਲਈ ਸੰਭਾਵਨਾ ਹੀ ਜ਼ਿੰਦਗੀ ਨੂੰ ਦਿਲਚਸਪ ਬਣਾਉਂਦੀ ਹੈ, ਤੇ ਉਹਨੇ ਆਪਣੀ ਚਾਲ ਤੇਜ਼ ਕਰ ਦਿੱਤੀ। ਉਹਨੂੰ ਇੱਕਦਮ ਹੀ ਚੇਤੇ ਆਇਆ ਕਿ ਤਾਰੀਫਾ ਵਿੱਚ ਇੱਕ ਬੁੱਢੀ ਔਰਤ ਰਹਿੰਦੀ ਹੈ ਜਿਹੜੀ ਸੁਪਨਿਆਂ ਦੇ ਅਰਥ ਦੱਸਦੀ ਹੈ। ਅੰਗ 6। ਉਹ ਬੁੱਢੀ ਔਰਤ ਮੁੰਡੇ ਨੂੰ ਆਪਣੇ ਘਰ ਦੇ ਪਿਛਵਾੜੇ ਇੱਕ ਕਮਰੇ 'ਚ ਲੈ ਗਈ। ਇਸ ਕਮਰੇ ਨੂੰ ਰਿਹਾਇਸ਼ੀ ਕਮਰੇ ਨਾਲੋਂ ਰੰਗਦਾਰ ਗੀਟਿਆਂ ਦੇ ਪਰਦੇ ਨਾਲ ਅਲੱਗ ਕੀਤਾ ਗਿਆ ਸੀ। ਇਸ ਕਮਰੇ 'ਚ ਇੱਕ ਮੇਜ਼, ਈਸਾ ਦੀ ਮੂਰਤੀ ਤੇ 2 ਕੁਰਸੀਆਂ ਪਈਆਂ ਸੀ। ਔਰਤ ਬੈਠ ਗਈ ਤੇ ਉਹਨੂੰ ਵੀ ਬੈਠਣ ਲਈ ਕਿਹਾ। ਫਿਰ ਉਹਨੇ ਮੁੰਡੇ ਦੇ ਦੋਵੇਂ ਹੱਥ ਆਪਣੇ ਹੱਥਾਂ 'ਚ ਫੜੇ ਤੇ ਚੁੱਪ-ਚਪੀਤੇ ਪ੍ਰਾਰਥਨਾ ਕਰਨ ਲੱਗੀ। ਆਵਾਜ਼ ਤੋਂ ਲੱਗਦਾ ਸੀ ਕਿ ਜਿਪਸੀਆਂ ਵਾਲੀ ਪ੍ਰਾਰਥਨਾ ਸੀ। ਤੁਰਦਿਆਂ ਫਿਰਦਿਆਂ ਮੁੰਡੇ ਨੂੰ ਪਹਿਲਾਂ ਵੀ ਜਿਪਸੀਆਂ ਨਾਲ ਵਾਹ ਪੈ ਚੁੱਕਾ ਸੀ। ਉਹ ਵੀ ਤੁਰਦੇ ਫਿਰਦੇ ਰਹਿੰਦੇ ਸੀ, ਪਰ ਉਹਨਾਂ ਕੋਲ ਭੇਡਾਂ ਦਾ ਇੱਜੜ ਨਹੀਂ ਸੀ ਹੁੰਦਾ। ਲੋਕ ਕਹਿੰਦੇ ਆ ਕਿ ਜਿਪਸੀ ਹੋਰਾਂ ਨੂੰ ਧੋਖਾ ਦੇ ਕੇ ਜ਼ਿੰਦਗੀਆਂ ਬਸਰ ਕਰਦੇ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਸ਼ੈਤਾਨ ਨਾਲ ਸਮਝੌਤਾ ਹੈ।
ਉਹ ਬੱਚਿਆਂ ਨੂੰ ਅਗਵਾ ਕਰਦੇ ਹੈ, ਉਹਨਾਂ ਨੂੰ ਲਿਜਾ ਕੇ ਆਪਣੇ ਭੇਦਪੂਰਨ ਕੰਮਾਂ 'ਚ ਰੱਖ ਕੇ ਗੁਲਾਮ ਬਣਾ ਲੈਂਦੇ ਹੈ। ਬਚਪਨ 'ਚ ਇਸ ਮੁੰਡੇ ਨੂੰ ਹਮੇਸ਼ਾ ਹੀ ਇਹ ਡਰ ਬਣਿਆ ਰਹਿੰਦਾ ਸੀ ਕਿ ਉਹਨੂੰ ਜਿਪਸੀ ਲੋਕ ਫੜ ਲੈਣਗੇ। ਜਦੋਂ ਇਸ ਬੁੱਢੀ ਔਰਤ ਨੇ ਉਹਦੇ ਹੱਥਾਂ ਨੂੰ ਆਪਣੇ ਹੱਥਾਂ 'ਚ ਲਿਆ ਤਾਂ ਉਹਦਾ ਬਚਪਨ ਦਾ ਇਹ ਡਰ ਫੇਰ ਜਾਗ ਪਿਆ। ਪਰ ਉਹਨੇ ਆਪਣੇ ਆਪ ਨੂੰ ਤਸੱਲੀ ਦਿੰਦੇ ਸੋਚਿਆ ਕਿ ਇਸ ਬੁੱਢੀ ਔਰਤ ਨੇ ਤਾਂ ਆਪਣੇ ਕੋਲ ਪਵਿੱਤਰ ਈਸਾ ਮਸੀਹ ਦੀ ਮੂਰਤੀ ਰੱਖੀ ਹੋਈ ਹੈ। ਉਹ ਚਾਹੁੰਦਾ ਸੀ ਉਹਦਾ ਹੱਥ ਕਿਤੇ ਕੰਬਣ ਨਾ ਲੱਗ ਪਏ, ਜਿਸ ਤੋਂ ਔਰਤ ਨੂੰ ਪਤਾ ਲੱਗ ਜਾਏ ਕਿ ਉਹ ਡਰ ਰਿਹਾ ਹੈ। ਉਹਨੇ ਚੁੱਪ-ਚੁਪੀਤੇ ਹੀ ਪ੍ਰਾਰਥਨਾ ਸ਼ੁਰੂ ਕਰਤੀ। ਬਹੁਤ ਦਿਲਚਸਪ। ਔਰਤ ਨੇ ਮੁੰਡੇ ਦੇ ਹੱਥਾਂ ਤੇ ਨਜ਼ਰ ਗੱਡਦੀ ਹੋਈ ਇਹ ਗੱਲ ਕਹੀ ਤੇ ਫਿਰ ਚੁੱਪ ਹੋ ਗਈ। ਮੁੰਡਾ ਘਬਰਾ ਰਿਹਾ ਸੀ, ਉਹਦੇ ਹੱਥ ਕੰਬਣ ਲੱਗ ਪਏ ਸਨ ਤੇ ਔਰਤ ਨੂੰ ਇਹ ਗੱਲ ਪਤਾ ਲੱਗ ਗਈ ਸੀ। ਮੁੰਡੇ ਤੁਰੰਤ ਹੀ ਆਪਣਾ ਹੱਥ ਉਹਦੇ ਹੱਥਾਂ 'ਚੋਂ ਖਿੱਚ ਲਏ। ਮੁੰਡੇ ਨੇ ਕਿਹਾ, ਮੈਂ ਇੱਥੇ ਆਪਣਾ ਹੱਥ ਦਿਖਾਉਣ ਲਈ ਨਹੀਂ ਸੀ ਆਇਆ। ਉਹ ਹੁਣੇ ਤੋਂ ਹੀ ਆਪਣੇ ਇੱਥੇ ਆਉਣ ਤੇ ਪਛਤਾ ਰਿਹਾ ਸੀ। ਪਲ ਭਰ ਲਈ ਉਹਨੇ ਸੋਚਿਆ ਉਸ ਔਰਤ ਦੀ ਫੀਸ ਦੇਵੇ ਤੇ ਕੋਈ ਵੀ ਗੱਲ ਜਾਣੇ ਬਿਨਾਂ ਰਵਾਨਾ ਹੋ ਜਾਏ। ਉਸੇ ਵੀ ਸੋਚਿਆ ਕਿ ਬਾਰ-ਬਾਰ ਆਉਣ ਵਾਲੇ ਸੁਪਨੇ ਨੂੰ ਉਹ ਲੋੜ ਤੋਂ ਵੱਧ ਅਹਿਮੀਅਤ ਦੇ ਰਿਹਾ। ਬੁੱਢੀ ਔਰਤ ਨੇ ਕਿਹਾ, ਤੂੰ ਇਸ ਲਈ ਆਇਆ ਸੀ ਤਾਂ ਕਿ ਆਪਣੇ ਸੁਪਨਿਆਂ ਦੇ ਅਰਥ ਜਾਣ ਸਕੇ। ਸੁਪਨੇ ਈਸ਼ਵਰ ਦੀ ਭਾਸ਼ਾ ਹੁੰਦੇ ਹੈ। ਜਦੋਂ ਉਹ ਸਾਡੀ ਭਾਸ਼ਾ 'ਚ ਗੱਲ ਕਰਦਾ ਹੈ ਤਾਂ ਮੈਂ ਦੱਸ ਸਕਦੀ ਹਾਂ ਕਿ ਉਹਨੇ ਕੀ ਕਿਹਾ, ਪਰ ਜੇ ਉਹ ਆਤਮਾ ਦੀ ਭਾਸ਼ਾ 'ਚ ਗੱਲ ਕਰੇ ਤਾਂ ਸਿਰਫ ਤੂੰ ਹੀ ਇਹਨੂੰ ਸਮਝ ਸਕਦਾ ਹੈ। ਪਰ ਕਿਸੇ ਤਰ੍ਹਾਂ ਵੀ ਹੋਵੇ, ਮੈਂ ਆਪਣੀ ਫੀਸ ਤੈਥੋਂ ਜ਼ਰੂਰ ਲਵਾਂਗੀ। ਮੁੰਡੇ ਨੇ ਸੋਚਿਆ ਇਹ ਇੱਕ ਹੋਰ ਚਾਲ ਹੈ। ਫਿਰ ਵੀ ਉਹਨੇ ਫੈਸਲਾ ਕੀਤਾ ਕਿ ਉਹ ਇੱਕ ਚਾਂਸ ਜ਼ਰੂਰ ਲਏਗਾ। ਆਜੜੀ ਹਮੇਸ਼ਾ ਹੀ ਭੇੜੀਆਂ ਨਾਲ ਤੇ ਸੋਕੇ ਨਾਲ ਚਾਂਸ ਲੈਂਦੀ ਹੈ, ਇਸ ਕਰਕੇ ਆਜੜੀਆਂ ਦੀ ਜ਼ਿੰਦਗੀ ਦਿਲਚਸਪ ਹੁੰਦੀ ਹੈ। ਉਸ ਕਿਹਾ, ਮੈਨੂੰ ਇੱਕ ਸੁਪਨਾ 2 ਵਾਰੀ ਆਇਆ। ਮੈਂ ਸੁਪਨੇ 'ਚ ਦੇਖਿਆ ਕਿ ਮੈਂ ਆਪਣੀਆਂ ਭੇਡਾਂ ਸਮੇਤ ਖੇਤਾਂ 'ਚ ਸਾਂ ਕਿ ਇੱਕ ਬੱਚਾ ਆਇਆ, ਜਾਨਵਰਾਂ ਨਾਲ ਖੇਡਣ ਲੱਗਾ। ਮੈਂ ਨਹੀਂ ਚਾਹੁੰਦਾ ਕਿ ਲੋਕ ਇਸ ਤਰ੍ਹਾਂ ਕਰਨ, ਕਿਉਂਕਿ ਭੇਡਾਂ ਸਦਾ ਹੀ ਅਜਨਬੀਆਂ ਤੋਂ ਡਰਦੀਆਂ। ਫਿਰ ਵੀ ਬੱਚੇ ਸਦਾ ਹੀ ਬਿਨਾਂ ਉਹਨਾਂ ਨੂੰ ਡਰਾਇਆ ਉਹਨਾਂ ਨਾਲ ਖੇਡ ਸਕਦੇ ਆ। ਮੈਨੂੰ ਨਹੀਂ ਪਤਾ ਕਿਉਂ, ਮੈਨੂੰ ਨਹੀਂ ਪਤਾ ਕਿਵੇਂ ਜਾਨਵਰ ਮਨੁੱਖਾਂ ਦੀ ਉਮਰ ਜਾਣ ਜਾਂਦੇ ਆ। ਔਰਤ ਕਹਿਣ ਲੱਗੀ, ਆਪਣੇ ਸੁਪਨੇ ਬਾਰੇ ਹੋਰ ਕੁਝ ਦੱਸ। ਮੈਂ ਅਜੇ ਖਾਣਾ ਬਣਾਉਣਾ ਹੈ ਤੇ ਕਿਉਂਕਿ ਤੇਰੇ ਕੋਲ ਬਹੁਤੇ ਪੈਸੇ ਨਹੀਂ ਹੈ, ਇਸ ਲਈ ਮੈਂ ਤੈਨੂੰ ਬਹੁਤਾ ਸਮਾਂ ਵੀ ਨਹੀਂ ਦੇ ਸਕਦੀ। ਮੁੰਡਾ ਰਤਾ ਕੁ ਔਖਾ ਹੋਇਆ, ਪਰ ਉਹਨੇ ਗੱਲ ਜਾਰੀ ਰੱਖੀ। ਮੁੰਡਾ ਮੇਰੀਆਂ ਭੇਡਾਂ ਨਾਲ ਕਾਫੀ ਸਮਾਂ ਖੇਡਦਾ ਰਿਹਾ। ਅਚਨਚੇਤ ਹੀ ਮੁੰਡੇ ਨੇ ਮੇਰੇ ਹੱਥ ਫੜੇ ਤੇ ਮੈਨੂੰ ਮਿਸਰ ਦੇ ਪਿਰਾਮਿਡਾਂ ਤੱਕ ਲੈ ਗਿਆ। ਉਹ ਪਲ ਭਰ ਲਈ ਰੁਕਿਆ ਤਾਂ ਕਿ ਇਹ ਦੇਖ ਸਕੇ ਔਰਤ ਨੂੰ ਮਿਸਰ ਦੇ ਪਿਰਾਮਿਡਾਂ ਬਾਰੇ ਪਤਾ ਵੀ ਹੈ ਜਾਂ ਨਹੀਂ, ਪਰ ਉਹ ਕੁਝ ਨਾ ਬੋਲੀ। ਫਿਰ ਉਹਨੇ ਮਿਸਰ ਦੇ ਪਿਰਾਮਿਡ ਸ਼ਬਦਾਂ ਤੇ ਜ਼ੋਰ ਦਿੰਦੇ ਹੌਲੀ-ਹੌਲੀ ਗੱਲ ਕੀਤੀ ਤਾਂ ਕਿ ਔਰਤ ਚੰਗੀ ਤਰ੍ਹਾਂ ਸਮਝ ਜਾਏ। ਮਿਸਰ ਦੇ ਪਿਰਾਮਿਡਾਂ ਵਿੱਚ ਜਾ ਕੇ ਬੱਚੇ ਨੇ ਮੈਨੂੰ ਕਿਹਾ ਕਿ ਜੇ ਤੂੰ ਇੱਥੇ ਆਵੇਂ ਤਾਂ ਤੈਨੂੰ ਇੱਕ ਗੁਪਤ ਖਜ਼ਾਨਾ ਮਿਲ ਸਕਦਾ ਹੈ। ਜਦੋਂ ਬੱਚਾ ਮੈਨੂੰ ਖਜ਼ਾਨੇ ਦੀ ਸਹੀ ਥਾਂ ਦਿਖਾਉਣ ਲੱਗਾ ਤੇ ਉਹੀ ਮੈਨੂੰ ਜਾਗ ਆ ਗਈ। ਦੋਵੇਂ ਵਾਰੀ ਔਰਤ ਕੁਝ ਚਿਰ ਚੁੱਪ ਰਹੀ। ਫਿਰ ਉਹਨੇ ਦੁਬਾਰਾ ਉਹਦੇ ਹੱਥ ਆਪਣੇ ਹੱਥਾਂ 'ਚ ਫੜੇ, ਉਹਨਾਂ ਨੂੰ ਧਿਆਨ ਨਾਲ ਦੇਖਣ ਲੱਗੀ। ਕਹਿਣ ਲੱਗੀ, ਮੈਂ ਤੇਰੇ ਕੋਲੋਂ ਹੁਣ ਕੁਝ ਨਹੀਂ ਲਵਾਂਗੀ, ਪਰ ਜੇ ਤੈਨੂੰ ਖਜ਼ਾਨਾ ਲੱਭ ਜਾਏ ਤਾਂ 10ਵਾਂ ਹਿੱਸਾ ਮੈਨੂੰ ਦੇਣਾ ਪਏਗਾ। ਮੁੰਡਾ ਖੁਸ਼ੀ ਨਾਲ ਹੱਸ ਪਿਆ। ਇੱਕ ਗੁਪਤ ਖਜ਼ਾਨੇ ਦੇ ਸੁਪਨੇ ਕਾਰਨ ਉਹ ਥੋੜਾ ਜਿਹਾ ਪੈਸਾ ਬਚਾਉਣ ਦੇ ਯੋਗ ਹੋ ਗਿਆ ਸੀ। ਉਸ ਕਿਹਾ, ਚਲੋ ਚੰਗਾ, ਸੁਪਨੇ ਦੇ ਅਰਥ ਦੱਸ। ਪਹਿਲਾਂ ਸਹੁੰ ਖਾ। ਸਹੁੰ ਖਾ ਕੇ ਜੋ ਕੁਝ ਮੈਂ ਤੈਨੂੰ ਦੱਸਣ ਜਾ ਰਹੀ ਹਾਂ ਉਹਦੇ ਬਦਲੇ ਤੂੰ ਮੈਨੂੰ ਖਜ਼ਾਨੇ ਦਾ 10ਵਾਂ ਹਿੱਸਾ ਦੇਂਗਾ। ਆਜੜੀ ਨੇ ਸਹੁੰ ਖਾਧੀ ਕਿ ਉਹ ਇਸੇ ਤਰ੍ਹਾਂ ਹੀ ਕਰੇਗਾ। ਬੁੱਢੀ ਔਰਤ ਨੇ ਉਹਨੂੰ ਕਿਹਾ ਕਿ ਈਸਾ ਦੀ ਮੂਰਤੀ ਵੱਲ ਦੇਖਦੇ ਹੋਏ ਇੱਕ ਵਾਰ ਫੇਰ ਸਹੁੰ ਖਾਵੇ। ਉਹ ਕਹਿਣ ਲੱਗੀ, ਇਹ ਸੁਪਨਾ ਸੰਸਾਰ ਦੀ ਭਾਸ਼ਾ ਦਾ ਸੁਪਨਾ ਹੈ। ਮੈਂ ਇਹਦੀ ਵਿਆਖਿਆ ਕਰ ਸਕਦੀ ਹਾਂ, ਪਰ ਇਹ ਵਿਆਖਿਆ ਕਾਫੀ ਮੁਸ਼ਕਿਲ ਹੈ। ਇਸ ਲਈ ਮੈਂ ਕਹਿੰਦੀ ਹਾਂ ਕਿ ਮੈਨੂੰ ਤੇਰੇ ਖਜ਼ਾਨੇ ਦਾ ਇੱਕ ਹਿੱਸਾ ਚਾਹੀਦਾ ਹੈ ਅਤੇ ਮੇਰਾ ਕਹਿਣਾ ਇਹ ਹੈ ਕਿ ਤੈਨੂੰ ਮਿਸਰ 'ਚ ਪਿਰਾਮਿਡ ਵੇਖਣ ਜਾਣਾ ਚਾਹੀਦਾ ਹੈ। ਮੈਂ ਉਹਨਾਂ ਬਾਰੇ ਕਦੇ ਨਹੀਂ ਸੋਚਿਆ, ਪਰ ਜੇ ਤੈਨੂੰ ਕਿਸੇ ਬੱਚੇ ਨੇ ਇਹ ਦਿਖਾਏ ਹੈ ਤੇ ਜ਼ਰੂਰ ਹੀ ਹੋਣਗੇ। ਉੱਥੇ ਤੈਨੂੰ ਇੱਕ ਖਜ਼ਾਨਾ ਮਿਲੇਗਾ ਜਿਹੜਾ ਤੈਨੂੰ ਅਮੀਰ ਬਣਾ ਦੇਗਾ। ਮੁੰਡਾ ਪਹਿਲਾਂ ਹੈਰਾਨ ਹੋਇਆ, ਫਿਰ ਪਰੇਸ਼ਾਨ। ਇਸ ਕਾਸੇ ਲਈ ਤਾਂ ਉਹਨੂੰ ਬੁੱਢੀ ਔਰਤ ਦੀ ਸਲਾਹ ਦੀ ਲੋੜ ਨਹੀਂ ਸੀ, ਪਰ ਨਾਲ ਹੀ ਉਹਨੂੰ ਚੇਤੇ ਆ ਗਿਆ ਕਿ ਇਸ ਬਦਲੇ ਉਹਨੂੰ ਕੋਈ ਪੈਸਾ ਨਹੀਂ ਦੇਣਾ ਪੈਣਾ। ਉਸ ਕਿਹਾ, ਸਿਰਫ ਇੰਨੀ ਗੱਲ ਲਈ ਹੀ ਮੈਨੂੰ ਸਮਾਂ ਬਰਬਾਦ ਕਰਨ ਦੀ ਕੀ ਲੋੜ ਸੀ। ਮੈਂ ਤੈਨੂੰ ਦੱਸਿਆ ਹੀ ਸੀ ਕਿ ਤੇਰਾ ਸੁਪਨਾ ਔਖਾ ਸੁਪਨਾ ਹੈ। ਜ਼ਿੰਦਗੀ ਦੀਆਂ ਸਧਾਰਨ ਗੱਲਾਂ ਹੀ ਤਾਂ ਸਭ ਤੋਂ ਨਿਵੇਕਲੀਆਂ ਹੁੰਦੀਆਂ। ਸਿਰਫ ਸਿਆਣੇ ਬੰਦੇ ਇਹਨਾਂ ਨੂੰ ਸਮਝ ਸਕਦੇ ਆ। ਕਿਉਂਕਿ ਮੈਂ ਸਿਆਣੀ ਨਹੀਂ ਹਾਂ, ਇਸ ਲਈ ਮੈਨੂੰ ਹੋਰ ਕੰਮ ਵੀ ਸਿੱਖਣੇ ਪੈਂਦੇ ਆ, ਜਿਵੇਂ ਕਿ ਹੱਥਾਂ ਦੀਆਂ ਰੇਖਾਵਾਂ ਪੜ੍ਹਨਾ। ਠੀਕ ਹੈ, ਪਰ ਮੈਂ ਮਿਸਰ ਪਹੁੰਚਾਂਗਾ ਕਿਵੇਂ? ਮੈਂ ਤਾਂ ਸਿਰਫ ਸੁਪਨਿਆਂ ਦੇ ਅਰਥ ਦੱਸਦੀ ਹਾਂ। ਮੈਂ ਇਹ ਨਹੀਂ ਜਾਣਦੀ ਕਿ ਇਹਨਾਂ ਨੂੰ ਅਮਲੀ ਜਾਮਾ ਕਿਵੇਂ ਪਹਿਨਾਇਆ ਜਾਏ। ਇਸ ਕਰਕੇ ਤਾਂ ਮੈਨੂੰ ਆਪਣੀ ਧੀ ਤੇ ਨਿਰਭਰ ਕਰਨਾ ਪੈ ਰਿਹਾ। ਜੇ ਮੈਂ ਕਦੇ ਵੀ ਮਿਸਰ ਨਾ ਪਹੁੰਚ ਸਕਾਂ ਤਾਂ ਫਿਰ ਮੈਨੂੰ ਕੋਈ ਪੈਸਾ ਨਹੀਂ ਮਿਲੇਗਾ,
ਪਰ ਇਸ ਤਰ੍ਹਾਂ ਪਹਿਲੀ ਵਾਰੀ ਨਹੀਂ ਹੋਏਗਾ। ਇਹ ਕਹਿ ਕੇ ਔਰਤ ਨੇ ਮੁੰਡੇ ਨੂੰ ਜਾਣ ਲਈ ਕਿਹਾ, ਕਿਉਂਕਿ ਉਹ ਪਹਿਲਾਂ ਹੀ ਉਸ ਨਾਲ ਬੈਠਿਆਂ ਆਪਣਾ ਕਾਫੀ ਸਮਾਂ ਬਰਬਾਦ ਕਰ ਚੁੱਕੀ ਸੀ। ਇਸ ਤਰ੍ਹਾਂ ਮੁੰਡਾ ਨਿਰਾਸ਼ ਹੋ ਚੁੱਕਾ ਸੀ। ਉਹਨੇ ਫੈਸਲਾ ਕੀਤਾ ਕਿ ਉਹ ਅੱਜ ਤੋਂ ਬਾਅਦ ਕਦੇ ਵੀ ਸੁਪਨਿਆਂ ਵਿੱਚ ਯਕੀਨ ਨਹੀਂ ਕਰੇਗਾ। ਉਹਨੂੰ ਚੇਤੇ ਆਇਆ ਕਿ ਉਹਨੇ ਤਾਂ ਅਜੇ ਬਹੁਤ ਸਾਰੇ ਕੰਮ ਕਰਨੇ ਸੀ। ਉਹ ਬਾਜ਼ਾਰ ਗਿਆ ਤਾਂ ਕਿ ਕੁਝ ਖਾ ਸਕੇ। ਫਿਰ ਉਹਨੇ ਆਪਣੀ ਕਿਤਾਬ ਦੇ ਬਦਲੇ ਮੋਟੀ ਕਿਤਾਬ ਖਰੀਦੀ। ਬਾਜ਼ਾਰ ਵਿਚਲੇ ਮੈਦਾਨ 'ਚ ਇੱਕ ਬੈਂਚ ਤੇ ਬੈਠ ਕੇ ਹੁਣੇ ਖਰੀਦੀ ਨਵੀਂ ਸ਼ਰਾਬ ਦਾ ਘੁੱਟ ਭਰਨ ਲੱਗਾ। ਦਿਨ ਬੜਾ ਗਰਮ ਸੀ। ਸ਼ਰਾਬ ਨਾਲ ਉਹਨੂੰ ਚੁਸਤੀ ਮਹਿਸੂਸ ਹੋਈ। ਭੇਡਾਂ ਸ਼ਹਿਰ ਦੇ ਦਰਵਾਜ਼ਿਆਂ ਦੇ ਬਾਹਰ ਇੱਕ ਐਸੇ ਵਾੜੇ 'ਚ ਸੀ ਜਿਹੜਾ ਉਹਦੇ ਇੱਕ ਮਿੱਤਰ ਦਾ ਸੀ। ਮੁੰਡੇ ਨੂੰ ਸ਼ਹਿਰ 'ਚ ਬਹੁਤ ਸਾਰੇ ਲੋਕ ਜਾਣਦੇ ਸੀ। ਇਸੇ ਕਰਕੇ ਲਗਾਤਾਰ ਸਫ਼ਰ ਕਰਨਾ ਉਹਨੂੰ ਚੰਗਾ ਲੱਗਦਾ ਸੀ, ਕਿਉਂਕਿ ਉਹਨੂੰ ਹਮੇਸ਼ਾ ਨਵੇਂ ਦੋਸਤ ਬਣਾਉਣ ਦਾ ਮੌਕਾ ਮਿਲਦਾ ਸੀ। ਨਾਲ ਹੀ ਨਾਲ ਇਹ ਵੀ ਫਾਇਦਾ ਸੀ ਕਿ ਉਹਨੂੰ ਆਪਣਾ ਸਾਰਾ ਸਮਾਂ ਇਹਨਾਂ ਦੋਸਤਾਂ ਨਾਲ ਨਹੀਂ ਸੀ ਬਿਤਾਉਣਾ ਪੈਂਦਾ। ਜਦੋਂ ਕੋਈ ਬੰਦਾ ਹਰ ਰੋਜ਼ ਇੱਕੋ ਲੋਕਾਂ ਨੂੰ ਵੇਖਦਾ, ਜਿਵੇਂ ਕਿ ਧਰਮ ਦੇ ਸਕੂਲ 'ਚ ਉਹ ਦੇਖਿਆ ਕਰਦਾ ਸੀ, ਤਾਂ ਉਹ ਸਾਰੇ ਲੋਕ ਉਸ ਵਿਅਕਤੀ ਦੇ ਜੀਵਨ ਦਾ ਹਿੱਸਾ ਬਣ ਜਾਂਦੇ ਆ। ਇਸ ਤੋਂ ਬਾਅਦ ਉਹ ਚਾਹੁੰਦੇ ਆ ਕਿ ਉਹ ਬੰਦਾ ਬਦਲ ਜਾਏ। ਜੇ ਬੰਦਾ ਉਹ ਕੁਝ ਨਹੀਂ ਬਦਲਦਾ, ਜੇ ਉਹ ਕੁਝ ਬਣਾਉਣਾ ਚਾਹੁੰਦੇ ਆ ਤਾਂ ਉਹ ਗੁੱਸੇ ਹੋ ਜਾਂਦੇ ਆ। ਹਰ ਕੋਈ ਹੀ ਸਪਸ਼ਟ ਤੌਰ ਤੇ ਜਾਣਨਾ ਚਾਹੁੰਦਾ ਹੈ ਕਿ ਹੋਰ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਕਿਵੇਂ ਬਤੀਤ ਕਰਨੀਆਂ ਚਾਹੀਦੀਆਂ, ਪਰ ਆਪਣੀ ਜ਼ਿੰਦਗੀ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ। ਉਹਨੇ ਫੈਸਲਾ ਕੀਤਾ ਭੇਡਾਂ ਦੇ ਇੱਜੜ ਨੂੰ ਫਿਰ ਖੇਤਾਂ 'ਚ ਲੈ ਜਾਣ ਤੋਂ ਪਹਿਲਾਂ ਉਹ ਸੂਰਜ ਤੇ ਰਤਾ ਕੁ ਨੀਵਾਂ ਹੋਣ ਦੀ ਉਡੀਕ ਕਰੇਗਾ। ਅੱਜ ਤੋਂ 3 ਦਿਨਾਂ ਬਾਅਦ ਉਹ ਵਪਾਰੀ ਦੀ ਧੀ ਕੋਲ ਹੋਏਗਾ। ਉਹਨੇ ਹੁਣੇ ਖਰੀਦੀ ਹੋਈ ਕਿਤਾਬ ਪੜ੍ਹਨੀ ਸ਼ੁਰੂ ਕੀਤੀ। ਪਹਿਲੇ ਹੀ ਸਫ਼ੇ ਤੇ ਕਿਸੇ ਦੇ ਅੰਤਿਮ ਸੰਸਕਾਰ ਦਾ ਜ਼ਿਕਰ ਸੀ। ਇਸ 'ਚ ਲਿਖੇ ਗਏ ਲੋਕਾਂ ਦੇ ਨਾਂ ਬੋਲਣ 'ਚ ਬੜੀ ਮੁਸ਼ਕਿਲ ਆ ਰਹੀ ਸੀ। ਉਹਨੇ ਸੋਚਿਆ ਜੇ ਕਦੇ ਉਹਨੇ ਕੋਈ ਕਿਤਾਬ ਲਿਖੀ ਤਾਂ ਉਹ ਪਾਤਰਾਂ ਨੂੰ ਵਾਰੀ-ਵਾਰੀ ਇੱਕ-ਇੱਕ ਕਰਕੇ ਪੇਸ਼ ਕਰੇਗਾ, ਤਾਂ ਕਿ ਪਾਠਕ ਨੂੰ ਇੰਨੇ ਸਾਰੇ ਨਾਮ ਚੇਤੇ ਕਰਨ ਦੀ ਸਮੱਸਿਆ ਪੇਸ਼ ਨਾ ਆਏ। ਆਖਿਰਕਾਰ ਜਦੋਂ ਆਪਣੀ ਕਿਤਾਬ ਵੱਲ ਧਿਆਨ ਦੇ ਸਕਿਆ ਤਾਂ ਉਹਨੂੰ ਇਹ ਕਿਤਾਬ ਚੰਗੀ ਲੱਗਣ ਲੱਗ ਪਈ। ਅੰਤਿਮ ਸੰਸਕਾਰ ਵੇਲੇ ਵਾਲੇ ਦਿਨ ਬਰਫ਼ ਪੈ ਰਹੀ ਸੀ। ਉਹਨੂੰ ਠੰਡੇ ਹੋਣ ਦੀ ਸੰਭਾਵਨਾ ਚੰਗੀ ਲੱਗੀ। ਜਦੋਂ ਪੜ੍ਹ ਰਿਹਾ ਸੀ ਤਾਂ ਇੱਕ ਬਜ਼ੁਰਗ ਆਦਮੀ ਉਹਦੇ ਬਰਾਬਰ ਆ ਬੈਠਾ ਤੇ ਉਸ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਬਜ਼ੁਰਗ ਨੇ ਬਾਜ਼ਾਰ 'ਚ ਲੋਕਾਂ ਵੱਲ ਇਸ਼ਾਰਾ ਕਰਦੇ ਪੁੱਛਿਆ, ਇਹ ਲੋਕ ਕੀ ਕਰ ਰਹੇ ਨੇ? ਮੁੰਡੇ ਨੇ ਜਵਾਬ ਦਿੱਤਾ, ਕੰਮ। ਉਹਦੇ ਰੁੱਖੇਪਣ ਨਾਲ ਜਵਾਬ ਦਿੰਦੇ ਹੋਏ ਇਹ ਪ੍ਰਭਾਵ ਦਿੱਤਾ ਕਿ ਉਹ ਇੱਕ ਕਿਤਾਬ ਪੜ੍ਹਨਾ ਚਾਹੁੰਦਾ ਹੈ। ਅਸਲ 'ਚ ਤਾਂ ਉਹ ਵਪਾਰੀ ਦੀ ਧੀ ਸਾਹਮਣੇ ਆਪਣੀਆਂ ਭੇਡਾਂ ਮੁੰਨਣ ਬਾਰੇ ਸੋਚ ਰਿਹਾ ਸੀ, ਤਾਂ ਕਿ ਕੁੜੀ ਦੇਖ ਸਕੇ ਕਿ ਉਹ ਖੁਦ ਕਿੰਨੇ ਮੁਸ਼ਕਲ ਕੰਮ ਕਰਨ ਦੇ ਯੋਗ ਹੈ। ਉਹਨੇ ਪਹਿਲਾਂ ਵੀ ਕਈ ਵਾਰੀ ਇਹ ਦ੍ਰਿਸ਼ ਕਲਪਨਾ 'ਚ ਲਿਆਂਦਾ ਸੀ। ਹਰ ਵਾਰੀ ਜਦੋਂ ਦੱਸਦਾ ਭੇਡਾਂ ਨੂੰ ਪਿੱਛੋਂ ਸ਼ੁਰੂ ਕਰਕੇ ਅੱਗੇ ਵੱਲ ਨੂੰ ਮੁੰਨਣਾ ਚਾਹੀਦਾ ਤਾਂ ਕੁੜੀ ਬਹੁਤ ਉਤਸ਼ਾਹਤ ਹੋ ਜਾਂਦੀ। ਉਹਨੇ ਕੁਝ ਐਸੀਆਂ ਚੰਗੀਆਂ ਕਹਾਣੀਆਂ ਚੇਤੇ ਕਰਨ ਦੀ ਵੀ ਕੋਸ਼ਿਸ਼ ਕੀਤੀ ਜਿਹੜੀਆਂ ਉਹ ਭੇਡਾਂ ਮੁੰਨਣ ਸਮੇਂ ਕੁੜੀ ਨੂੰ ਸੁਣਾਏਗਾ। ਉਹਨਾਂ 'ਚੋਂ ਬਹੁਤੀਆਂ ਕਹਾਣੀਆਂ ਉਹਨੇ ਕਿਤਾਬਾਂ 'ਚ ਪੜ੍ਹੀਆਂ ਸੀ, ਪਰ ਉਹ ਸੁਣਾਉਂਦੇ ਸਮੇਂ ਇਸ ਤਰ੍ਹਾਂ ਪੇਸ਼ ਕਰੇਗਾ ਜਿਵੇਂ ਸਾਰੀਆਂ ਖੁਦ ਉਸ ਨਾਲ ਵਾਪਰੀਆਂ ਹੋਣ। ਕੁੜੀ ਨੂੰ ਕਦੀ ਵੀ ਇਹਨਾਂ ਵਿਚਲਾ ਫਰਕ ਸਮਝ ਨਹੀਂ ਆ ਸਕੇਗਾ, ਕਿਉਂਕਿ ਉਹ ਤਾਂ ਪੜ੍ਹਨਾ ਹੀ ਨਹੀਂ ਜਾਣਦੀ। ਬਜ਼ੁਰਗ ਨੇ ਉਸ ਨਾਲ ਗੱਲ ਸ਼ੁਰੂ ਕਰਨ ਦੇ ਯਤਨ ਜਾਰੀ ਰੱਖੇ। ਉਹਨੇ ਕਿਹਾ ਕਿ ਉਹ ਥੱਕਿਆ ਹੋਇਆ ਤੇ ਪਿਆਸਾ ਸੀ ਤੇ ਪੁੱਛਿਆ ਕਿ ਕੀ ਉਹ ਮੁੰਡੇ ਦੀ ਸ਼ਰਾਬ ਵਿੱਚੋਂ ਇੱਕ ਘੁੱਟ ਭਰ ਸਕਦਾ। ਮੁੰਡੇ ਨੇ ਆਪਣੀ ਬੋਤਲ ਉਹਨੂੰ ਫੜਾਉਂਦੇ ਕਿਹਾ ਹੋਏ ਇਹ ਸੋਚਿਆ ਕਿ ਬਜ਼ੁਰਗ ਹੁਣ ਉਹਨੂੰ ਤੰਗ ਨਹੀਂ ਕਰੇਗਾ, ਪਰ ਬਜ਼ੁਰਗ ਗੱਲਾਂ ਕਰਨਾ ਚਾਹੁੰਦਾ ਸੀ। ਉਹ ਮੁੰਡੇ ਨੂੰ ਪੁੱਛਣ ਲੱਗਾ ਕਿ ਉਹ ਕੀ ਪੜ੍ਹ ਰਿਹਾ। ਮੁੰਡੇ ਦੇ ਮਨ 'ਚ ਆਈ ਕਿ ਉਸ ਨਾਲ ਸਖਤੀ ਨਾਲ ਪੇਸ਼ ਆਵੇ, ਕਿਸੇ ਹੋਰ ਬੈਂਚ ਤੇ ਜਾ ਬੈਠੇ, ਪਰ ਉਹਦੇ ਪਿਤਾ ਨੇ ਉਹਨੂੰ ਸਿੱਖਿਆ ਦਿੱਤੀ ਸੀ ਕਿ ਬਜ਼ੁਰਗਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਲਈ ਉਹਨੇ ਕਿਤਾਬ ਬਜ਼ੁਰਗ ਵੱਲ ਨੂੰ ਕਰ ਦਿੱਤੀ। ਇਹਦੇ 2 ਕਾਰਨ ਸੀ। ਪਹਿਲਾ ਇਹ ਕਿ ਉਹਨੂੰ ਖੁਦ ਹੀ ਪਤਾ ਨਹੀਂ ਸੀ ਕਿ ਕਿਤਾਬ ਦਾ ਨਾਂ ਕਿਵੇਂ ਬੋਲਣਾ ਹੈ। ਦੂਜਾ ਇਹ ਕਿ ਜੇ ਬਜ਼ੁਰਗ ਨੂੰ ਪੜ੍ਹਨਾ ਨਾ ਆਉਂਦਾ ਹੋਇਆ ਤਾਂ ਉਹ ਸ਼ਰਮਿੰਦਾ ਹੋ ਜਾਏਗਾ ਤੇ ਆਪਣੇ ਆਪ ਹੀ ਕਿਸੇ ਦੂਜੇ ਬੈਂਚ ਤੇ ਜਾ ਬੈਠਣ ਦਾ ਫੈਸਲਾ ਕਰ ਲਏਗਾ। ਬਜ਼ੁਰਗ ਨੇ ਕਿਤਾਬ ਨੂੰ ਆਸੇ-ਪਾਸੇ ਇਸ ਤਰ੍ਹਾਂ ਪਲਟਿਆ ਜਿਵੇਂ ਕੋਈ ਅਜੀਬ ਜਿਹੀ ਚੀਜ਼ ਹੋਵੇ ਤੇ ਕਿਹਾ, ਇਹ ਬੜੀ ਅਹਿਮ ਕਿਤਾਬ ਹੈ, ਪਰ ਇਹ ਕਾਫੀ ਉਬਾਊ ਵੀ ਹੈ। ਮੁੰਡਾ ਹੈਰਾਨ ਰਹਿ ਗਿਆ। ਬਜ਼ੁਰਗ ਨੂੰ ਪੜ੍ਹਨਾ ਆਉਂਦਾ ਸੀ ਤੇ ਪਹਿਲਾਂ ਹੀ ਉਹ ਇਹ ਕਿਤਾਬ ਪੜ੍ਹ ਚੁੱਕਾ ਸੀ। ਜੇ ਕਿਤਾਬ ਸੱਚਮੁੱਚ ਹੀ ਬਜ਼ੁਰਗ ਦੇ ਕਹੇ ਮੁਤਾਬਕ ਉਬਾਊ ਸੀ ਤਾਂ ਮੁੰਡਾ ਹਾਲੇ ਵੀ ਇਹਨੂੰ ਬਦਲ ਕੇ ਕੋਈ ਹੋਰ ਕਿਤਾਬ ਲੈ ਸਕਦਾ ਹੈ। ਬਜ਼ੁਰਗ ਨੇ ਕਹਿਣਾ ਜਾਰੀ ਰੱਖਿਆ, ਇਹ ਐਸੀ ਕਿਤਾਬ ਹੈ ਜਿਹੜੀ ਉਹੀ ਕੁਝ ਕਹਿੰਦੀ ਹੈ ਜਿਹੜੀ ਸੰਸਾਰ ਦੀਆਂ ਸਾਰੀਆਂ ਕਿਤਾਬਾਂ ਕਹਿੰਦੀਆਂ। ਇਹ ਦੱਸਦੀ ਹੈ ਕਿ ਲੋਕ ਆਪਣੀ ਹੋਣੀ ਦੀ ਚੋਣ ਕਰਨ ਦੇ ਸਮਰੱਥ ਨਹੀਂ ਹੁੰਦੇ। ਇਸ ਕਿਤਾਬ ਦਾ ਅੰਤ ਉਹੀ ਕੁਝ ਕਹਿੰਦਾ ਹੈ ਜਿਹਨੂੰ ਹਰ ਕੋਈ ਸੰਸਾਰ ਦਾ ਸਭ ਤੋਂ ਵੱਡਾ ਝੂਠ ਸਮਝਦਾ ਹੈ। ਮੁੰਡੇ ਨੇ ਇੱਕਦਮ ਹੈਰਾਨ ਹੁੰਦੇ ਪੁੱਛਿਆ, ਸੰਸਾਰ ਦਾ ਸਭ ਤੋਂ ਵੱਡਾ ਝੂਠ ਕੀ ਹੈ? ਸਭ ਤੋਂ ਵੱਡਾ ਝੂਠ ਇਹ ਹੈ ਕਿ ਸਾਡੀ ਜ਼ਿੰਦਗੀ ਦੌਰਾਨ ਕਿਸੇ ਪਲ
ਸਾਡੇ ਨਾਲ ਜੋ ਕੁਝ ਵਾਪਰ ਰਿਹਾ ਹੈ ਉਸ ਤੇ ਸਾਡਾ ਵਸ ਨਹੀਂ ਰਹਿੰਦਾ ਤੇ ਸਾਡੀਆਂ ਜ਼ਿੰਦਗੀਆਂ ਕਿਸਮਤ ਦੇ ਆਸਰੇ ਚੱਲਣ ਲੱਗਦੀਆਂ। ਇਹ ਸੰਸਾਰ ਦਾ ਸਭ ਤੋਂ ਵੱਡਾ ਝੂਠ ਹੈ। ਮੁੰਡਾ ਕਹਿਣ ਲੱਗਾ, ਮੇਰੇ ਨਾਲ ਇੰਜ ਕਦੇ ਨਹੀਂ ਹੋਇਆ। ਉਹ ਮੈਨੂੰ ਪਾਦਰੀ ਬਣਾਉਣਾ ਚਾਹੁੰਦੇ ਸੀ ਪਰ ਮੈਂ ਆਜੜੀ ਬਣਨ ਦਾ ਫੈਸਲਾ ਕੀਤਾ। ਬਜ਼ੁਰਗ ਨੇ ਕਿਹਾ, ਵਧੀਆ ਰਿਹਾ, ਕਿਉਂਕਿ ਤੈਨੂੰ ਸਫ਼ਰ ਕਰਨਾ ਸੱਚਮੁੱਚ ਚੰਗਾ ਲੱਗਦਾ ਹੈ। ਮੁੰਡੇ ਨੇ ਆਪਣੇ ਆਪ ਨੂੰ ਕਿਹਾ, ਇਹ ਤਾਂ ਇੱਥੋਂ ਤੱਕ ਜਾਣਦਾ ਕਿ ਮੈਂ ਕੀ ਸੋਚ ਰਿਹਾ। ਉਦੋਂ ਤੱਕ ਬਜ਼ੁਰਗ ਕਿਤਾਬ ਦੇ ਪੰਨੇ ਫੋਲ ਰਿਹਾ ਸੀ ਤੇ ਉਹਨੂੰ ਦੇਖਦੇ ਹੋਏ ਇਹ ਲੱਗ ਰਿਹਾ ਸੀ ਕਿ ਉਹ ਕਿਤਾਬ ਵਾਪਸ ਨਹੀਂ ਕਰਨਾ ਚਾਹੁੰਦਾ। ਮੁੰਡੇ ਨੇ ਦੇਖਿਆ ਬਜ਼ੁਰਗ ਦੇ ਕੱਪੜੇ ਅਜੀਬ ਤਰ੍ਹਾਂ ਦੇ ਸੀ। ਉਹ ਕੋਈ ਅਰਬ ਲੱਗਦਾ ਸੀ। ਅਰਬਾਂ ਦਾ ਇਹਨਾਂ ਖੇਤਰਾਂ 'ਚ ਆਉਣਾ ਕੋਈ ਨਵੀਂ ਗੱਲ ਨਹੀਂ ਸੀ। ਤਾਰੀਫਾਂ ਤੋਂ ਕੁਝ ਘੰਟਿਆਂ ਦੀ ਦੂਰੀ ਤੇ ਅਫਰੀਕਾ ਆ ਜਾਂਦਾ ਸੀ ਤੇ ਇੱਥੇ ਪੁੱਜਣ ਲਈ ਕਿਸ਼ਤੀ ਰਾਹੀਂ ਇੱਕ ਛੋਟਾ ਜਿਹਾ ਸਮੁੰਦਰੀ ਲਾਂਘਾ ਹੀ ਪਾਰ ਕਰਨਾ ਪੈਂਦਾ ਸੀ। ਅਰਬ ਲੋਕ ਅਕਸਰ ਹੀ ਸ਼ਹਿਰ 'ਚ ਆਉਂਦੇ ਰਹਿੰਦੇ ਸਨ, ਖਰੀਦੋ ਫਰੋਖਤ ਕਰਦੇ ਸਨ ਤੇ ਆਪਣੇ ਅਜੀਬ ਕਿਸਮ ਦੀ ਪ੍ਰਾਰਥਨਾ ਦਿਨ ਵਿੱਚ ਕਈ ਵਾਰੀ ਕਰਦੇ ਸੀ। ਮੁੰਡਾ ਪੁੱਛਣ ਲੱਗਾ, ਤੁਸੀਂ ਕਿਹੜੀ ਥਾਂ ਤੋਂ? ਕਈ ਥਾਵਾਂ ਤੋਂ। ਮੁੰਡਾ ਕਹਿਣ ਲੱਗਾ, ਕੋਈ ਵੀ ਜਣਾ ਬਹੁਤ ਸਾਰੀਆਂ ਥਾਵਾਂ ਤੋਂ ਨਹੀਂ ਹੋ ਸਕਦਾ। ਮੈਂ ਆਜੜੀ ਹਾਂ। ਮੈਂ ਕਈ ਥਾਵਾਂ ਤੇ ਗਿਆ ਹਾਂ ਪਰ ਮੈਂ ਸਿਰਫ ਇੱਕ ਥਾਂ ਤੋਂ ਹਾਂ, ਇੱਕ ਐਸਾ ਸ਼ਹਿਰ ਜਿਹੜਾ ਇੱਕ ਪੁਰਾਣੇ ਕਿਲੇ ਦੇ ਕੋਲ ਵਸਿਆ ਹੋਇਆ, ਉੱਥੇ ਹੀ ਮੈਂ ਪੈਦਾ ਹੋਇਆ। ਇਸ ਹਿਸਾਬ ਨਾਲ ਮੈਂ ਕਹਿ ਸਕਦਾ ਹਾਂ ਕਿ ਮੈਂ ਸਾਲੇਮ 'ਚ ਪੈਦਾ ਹੋਇਆ ਸੀ। ਮੁੰਡੇ ਨੂੰ ਇਹ ਨਹੀਂ ਸੀ ਪਤਾ ਕਿ ਸਾਲੇਮ ਕਿੱਥੇ ਹੈ, ਪਰ ਉਹ ਇਹ ਡਰਦੇ ਹੋਏ ਪੁੱਛਣਾ ਨਹੀਂ ਚਾਹੁੰਦਾ ਸੀ ਕਿ ਉਹ ਅਜਿਹਾ ਕਰਦੇ ਹੋਏ ਅਗਿਆਨੀ ਲੱਗੇਗਾ। ਉਹ ਕੁਛ ਦੇਰ ਬਾਜ਼ਾਰ 'ਚ ਤੁਰੇ ਫਿਰਦੇ ਲੋਕਾਂ ਨੂੰ ਦੇਖਦਾ ਰਿਹਾ, ਜਿਹੜੇ ਆ ਜਾ ਰਹੇ ਸਨ ਤੇ ਸਾਰੇ ਬਹੁਤ ਰੁੱਝੇ ਹੋਏ ਲੱਗਦੇ ਸਨ। ਉਹਨੇ ਕੋਈ ਸੰਕੇਤ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਪੁੱਛਿਆ, ਅੱਛਾ ਸਾਲੇਮ ਕਿਸ ਤਰ੍ਹਾਂ ਦਾ ਹੈ? ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਸਦਾ ਰਿਹਾ। ਕੋਈ ਸੰਕੇਤ ਨਹੀਂ ਮਿਲਿਆ, ਪਰ ਉਹ ਜਾਣਦਾ ਸੀ ਕਿ ਸਾਲੇਮ ਨਾਂ ਦਾ ਸ਼ਹਿਰ ਅੰਦਾਲੂਸ਼ੀਆ 'ਚ ਨਹੀਂ ਸੀ। ਜੇ ਹੁੰਦਾ ਤਾਂ ਉਹਨੂੰ ਹੁਣ ਤੱਕ ਇਸ ਬਾਰੇ ਜ਼ਰੂਰ ਸੁਣਿਆ ਹੁੰਦਾ। ਉਹ ਫੇਰ ਪੁੱਛਿਆ, ਤਾਂ ਤੁਸੀਂ ਸਲੇਮ 'ਚ ਕਰਦੇ ਕੀ ਹੋ? ਬਜ਼ੁਰਗ ਹੱਸਿਆ, ਮੈਂ ਸਲੇਮ 'ਚ ਕੀ ਕਰਦਾ? ਮੈਂ ਸਲੇਮ ਦਾ ਬਾਦਸ਼ਾਹ। ਮੁੰਡੇ ਨੇ ਸੋਚਿਆ ਕਿ ਲੋਕ ਬੜੀਆਂ ਅਜੀਬ ਤਰ੍ਹਾਂ ਦੀਆਂ ਗੱਲਾਂ ਕਰਦੇ ਐ। ਕਦੇ-ਕਦੇ ਭੇਡਾਂ ਨਾਲ ਰਹਿਣਾ ਕਿਤੇ ਚੰਗਾ ਹੁੰਦਾ, ਜਿਹੜੀਆਂ ਕੁਝ ਨਹੀਂ ਕਹਿੰਦੀਆਂ, ਜਾਂ ਫਿਰ ਉਸ ਤੋਂ ਵੀ ਚੰਗਾ ਹੈ ਕਿ ਆਪਣੀ ਕਿਤਾਬ ਹੀ ਪੜ੍ਹੀ ਜਾਓ। ਉਹ ਤੁਹਾਨੂੰ ਉਸ ਵੇਲੇ ਕਮਾਲ ਦੀਆਂ ਕਹਾਣੀਆਂ ਸੁਣਾਉਂਦੀ ਹੈ ਜਦੋਂ ਤੁਸੀਂ ਇਹਨਾਂ ਨੂੰ ਸੁਣਨਾ ਚਾਹੁੰਦੇ ਹੋ, ਪਰ ਜਦੋਂ ਤੁਸੀਂ ਲੋਕਾਂ ਨਾਲ ਗੱਲ ਕਰ ਰਹੇ ਹੁੰਦੇ ਹੋ ਤਾਂ ਕਦੇ-ਕਦੇ ਉਹ ਐਸੀਆਂ ਅਜੀਬ ਗੱਲਾਂ ਕਰ ਦਿੰਦੇ ਆ ਕਿ ਤੁਹਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਗੱਲਬਾਤ ਕਿਵੇਂ ਜਾਰੀ ਰੱਖੀ ਜਾਏ। ਬਜ਼ੁਰਗ ਕਹਿਣ ਲੱਗਾ, ਮੇਰਾ ਨਾਮ ਮਲਚੀਜ਼ ਦਕ ਹੈ। ਤੇਰੇ ਕੋਲ ਕਿੰਨੀਆਂ ਭੇਡਾਂ? ਮੁੰਡੇ ਨੇ ਕਿਹਾ, ਕਾਫੀ ਹੈ। ਉਹਨੇ ਮਹਿਸੂਸ ਕੀਤਾ ਕਿ ਬਜ਼ੁਰਗ ਉਹਦੀ ਜ਼ਿੰਦਗੀ ਬਾਰੇ ਹੋਰ ਵੀ ਜਾਣਨਾ ਚਾਹੁੰਦਾ। ਤਾਂ ਫਿਰ ਇੱਥੇ ਤਾਂ ਇੱਕ ਸਮੱਸਿਆ ਹੈ। ਜੇ ਤੈਨੂੰ ਲੱਗਦਾ ਹੈ ਤੇਰੇ ਕੋਲ ਕਾਫੀ ਭੇਡਾਂ ਤਾਂ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ। ਮੁੰਡਾ ਔਖਾ ਹੋਣਾ ਸ਼ੁਰੂ ਹੋ ਗਿਆ। ਉਹ ਮਦਦ ਨਹੀਂ ਸੀ ਮੰਗ ਰਿਹਾ, ਸਗੋਂ ਖੁਦ ਬਜ਼ੁਰਗ ਨੇ ਉਹਨੂੰ ਉਹਦੀ ਸ਼ਰਾਬ ਦਾ ਘੁੱਟ ਮੰਗਿਆ ਸੀ ਤੇ ਗੱਲਬਾਤ ਸ਼ੁਰੂ ਕੀਤੀ ਸੀ। ਮੁੰਡਾ ਕਹਿਣ ਲੱਗਾ, ਮੇਰੀ ਕਿਤਾਬ ਦੇ ਦਿਓ, ਮੈਂ ਜਾਣਾ ਤੇ ਭੇਡਾਂ ਲੈ ਕੇ ਅੱਗੇ ਤੁਰਨਾ ਹੈ। ਬਜ਼ੁਰਗ ਕਹਿਣ ਲੱਗਾ, ਆਪਣੀਆਂ ਭੇਡਾਂ 'ਚੋਂ 10ਵਾਂ ਹਿੱਸਾ ਜੇ ਤੂੰ ਮੈਨੂੰ ਦੇ ਦੇਵੇਂ ਤਾਂ ਮੈਂ ਤੈਨੂੰ ਦੱਸ ਸਕਦਾ ਕਿ ਗੁਪਤ ਖਜ਼ਾਨਾ ਕਿੱਥੇ ਹੈ। ਮੁੰਡੇ ਨੂੰ ਆਪਣਾ ਸੁਪਨਾ ਚੇਤੇ ਆਇਆ ਤੇ ਅਚਨਚੇਤ ਹੀ ਸਭ ਕੁਝ ਸਪਸ਼ਟ ਹੋ ਗਿਆ। ਬੁੱਢੀ ਔਰਤ ਨੇ ਉਹ ਤੋਂ ਕੋਈ ਪੈਸਾ ਨਹੀਂ ਸੀ ਲਿਆ ਤੇ ਹੋ ਸਕਦਾ ਹੈ ਕਿ ਇਹ ਬਜ਼ੁਰਗ ਉਹਦਾ ਪਤੀ ਹੋਵੇ ਤੇ ਉਹਨੂੰ ਕਿਸੇ ਐਸੇ ਖਜ਼ਾਨੇ ਬਾਰੇ ਜਾਣਕਾਰੀ ਦੇ ਕੇ ਪੈਸੇ ਬਟੋਰਨਾ ਚਾਹੁੰਦਾ ਹੋਵੇ ਜਿਹਦੀ ਹੋਂਦੀ ਨਹੀਂ ਹੈ। ਇਹ ਬਜ਼ੁਰਗ ਵੀ ਖਬਰੇ ਜਿਪਸੀ ਹੋਣਾ ਹੈ। ਪਰ ਇਹ ਤੋਂ ਪਹਿਲਾਂ ਕਿ ਮੁੰਡਾ ਕੁਝ ਕਹਿ ਸਕੇ, ਬਜ਼ੁਰਗ ਹੇਠਾਂ ਨੂੰ ਝੁਕਿਆ, ਇੱਕ ਡੰਡੀ ਚੁੱਕੀ, ਧਰਤੀ ਦੀ ਰੇਤ ਤੇ ਕੁਝ ਲਿਖਣਾ ਸ਼ੁਰੂ ਕੀਤਾ। ਉਹਦੀ ਛਾਤੀ ਉਤਲੀ ਕੋਈ ਚੀਜ਼ ਇੰਨੀ ਜ਼ਿਆਦਾ ਚਮਕੀ ਕਿ ਪਲ ਭਰ ਲਈ ਮੁੰਡੇ ਦੀਆਂ ਅੱਖਾਂ ਚੁੰਧਿਆ ਆ ਗਈਆਂ। ਆਪਣੀ ਉਮਰ ਦੇ ਲਿਹਾਜ਼ ਨਾਲ ਕਿਤੇ ਤੇਜ਼ੀ ਨਾਲ ਬਜ਼ੁਰਗ ਨੇ ਆਪਣੀ ਛਾਤੀ ਤੇ ਚਮਕਦੀ ਚੀਜ਼ ਨੂੰ ਆਪਣੇ ਕੱਪੜੇ ਨਾਲ ਲੁਕੋ ਲਿਆ। ਜਦੋਂ ਮੁੰਡੇ ਦੀ ਨਜ਼ਰ ਠੀਕ ਹੋਈ ਤਾਂ ਉਹ ਧਰਤੀ ਤੇ ਬਜ਼ੁਰਗ ਵੱਲੋਂ ਲਿਖੇ ਹੋਏ ਨੂੰ ਪੜ੍ਹਨ ਦੇ ਯੋਗ ਹੋ ਸਕਿਆ। ਉਸ ਛੋਟੇ ਜਿਹੇ ਸ਼ਹਿਰ ਦੇ ਬਾਜ਼ਾਰ ਦੀ ਰੇਤ ਤੇ ਮੁੰਡੇ ਨੇ ਆਪਣੇ ਪਿਤਾ ਤੇ ਮਾਤਾ ਦੇ ਨਾਮ ਪੜ੍ਹੇ ਤੇ ਨਾਲ ਹੀ ਉਸ ਮਦਰਸਿਆਂ ਦਾ ਵੀ ਜਿੱਥੇ ਉਹ ਪੜ੍ਹਦਾ ਰਿਹਾ ਸੀ। ਉਹਨੇ ਵਪਾਰੀ ਦੀ ਧੀ ਦਾ ਨਾਮ ਵੀ ਪੜ੍ਹਿਆ ਜਿਹਦਾ ਉਹਨੂੰ ਅਜੇ ਤੱਕ ਪਤਾ ਹੀ ਨਹੀਂ ਸੀ, ਤੇ ਉਹ ਗੱਲਾਂ ਵੀ ਪੜ੍ਹੀਆਂ ਜਿਹੜੀਆਂ ਉਹਨੇ ਕਿਸੇ ਨੂੰ ਨਹੀਂ ਸਨ ਦੱਸੀਆਂ। ਅੰਗ 7ਵਾਂ। ਬਜ਼ੁਰਗ ਨੇ ਕਿਹਾ ਸੀ, ਮੈਂ ਸਾਲੇਮ ਦਾ ਬਾਦਸ਼ਾਹ। ਮੁੰਡੇ ਨੇ ਹੈਰਾਨ ਹੋਏ ਤੇ ਸ਼ਰਮਿੰਦਾ ਹੋਏ ਨੇ ਪੁੱਛਿਆ, ਕੋਈ ਬਾਦਸ਼ਾਹ ਕਿਸੇ ਆਜੜੀ ਨਾਲ ਕਿਉਂ ਗੱਲਾਂ ਕਰੇਗਾ? ਇਹਦੇ ਬਹੁਤ ਸਾਰੇ ਕਾਰਨ ਹੈ, ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਤੂੰ ਆਪਣੀ ਹੋਣੀ ਨੂੰ ਲੱਭਣ 'ਚ ਸਫਲ ਹੋਇਆ ਹੈ। ਮੁੰਡੇ ਨੂੰ ਪਤਾ ਨਹੀਂ ਸੀ ਕਿ ਕਿਸੇ ਬੰਦੇ ਦੀ ਹੋਣੀ ਕੀ ਹੁੰਦੀ ਹੈ। ਇਹ ਉਹ ਚੀਜ਼ ਹੈ ਜਿਹੜੀ ਤੂੰ ਹਮੇਸ਼ਾ ਹੀ ਹਾਸਲ ਕਰਨੀ ਚਾਹੁੰਦਾ ਹੈ। ਜਵਾਨੀ ਵੇਲੇ ਹਰ ਕੋਈ ਇਹ ਜਾਣਦਾ ਹੁੰਦਾ ਹੈ ਕਿ ਉਹਦੀ ਹੋਣੀ ਕੀ ਹੈ। ਆਪਣੇ ਜੀਵਨ ਦੇ ਉਸ ਨੁਕਤੇ ਤੇ ਹਰ ਜਣਾ ਸਪਸ਼ਟ ਹੁੰਦਾ ਹੈ ਤੇ ਹਰ ਚੀਜ਼ ਸੰਭਵ ਹੁੰਦੀ ਹੈ। ਉਹ ਸੁਪਨੇ ਲੈਣ ਤੋਂ ਨਹੀਂ ਡਰਦੇ,
ਨਾ ਹੀ ਉਹਨਾਂ ਗੱਲਾਂ ਦੀ ਇੱਛਾ ਕਰਨ ਤੋਂ ਡਰਦੇ ਹੈ ਜਿਹੜੀਆਂ ਉਹ ਆਪਣੇ ਜੀਵਨ ਦੌਰਾਨ ਕਰਨਾ ਚਾਹੁੰਦੇ ਹੈ। ਪਰ ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਹੈ ਤਿਉਂ-ਤਿਉਂ ਕੋਈ ਭੇਤ ਭਰੀ ਤਾਕਤ ਉਹਨਾਂ ਨੂੰ ਇਹ ਮਹਿਸੂਸ ਕਰਾਉਣ ਲੱਗਦੀ ਹੈ ਕਿ ਉਹਨਾਂ ਵੱਲੋਂ ਆਪੇ ਆਪਣੀ ਹੋਣੀ ਨੂੰ ਪਾ ਸਕਣਾ ਅਸੰਭਵ ਹੋਏਗਾ। ਬਜ਼ੁਰਗ ਜੋ ਕੁਝ ਵੀ ਕਹਿ ਰਿਹਾ ਸੀ ਉਹਦੀ ਮੁੰਡੇ ਨੂੰ ਸਮਝ ਨਹੀਂ ਸੀ ਆ ਰਹੀ, ਪਰ ਉਹ ਜਾਣਨਾ ਚਾਹੁੰਦਾ ਸੀ ਕਿ ਭੇਤ ਭਰੀ ਤਾਕਤ ਕੀ ਸੀ। ਜਦੋਂ ਵਪਾਰੀ ਦੀ ਧੀ ਨੂੰ ਇਸ ਬਾਰੇ ਦੱਸੇਗਾ ਤਾਂ ਬਹੁਤ ਪ੍ਰਭਾਵਿਤ ਹੋਏਗੀ। ਇਹ ਇੱਕ ਐਸੀ ਤਾਕਤ ਹੈ ਜਿਹੜੀ ਦੇਖਣ ਨੂੰ ਨਾ ਪੱਖੀ ਲੱਗਦੀ ਹੈ, ਪਰ ਅਸਲ 'ਚ ਤੁਹਾਨੂੰ ਇਹ ਦਿਖਾਉਂਦੀ ਹੈ ਕਿ ਤੁਸੀਂ ਆਪਣੀ ਹੋਣੀ ਨੂੰ ਕਿਵੇਂ ਹਾਸਲ ਕਰਨਾ ਹੈ। ਇਹ ਤੁਹਾਡੀ ਆਤਮਾ ਤੇ ਤੁਹਾਡੀ ਇੱਛਾ ਸ਼ਕਤੀ ਨੂੰ ਤਿਆਰ ਕਰਦੀ ਹੈ, ਕਿਉਂਕਿ ਇਸ ਗ੍ਰਹਿ ਤੇ ਇੱਕ ਮਹਾਨ ਸੱਚ ਮੌਜੂਦ ਹੈ। ਉਹ ਇਹ ਕਿ ਤੁਸੀਂ ਜੋ ਕੁਝ ਵੀ ਹੋ, ਤੁਸੀਂ ਜੋ ਕੁਝ ਵੀ ਕਰਦੇ ਹੋ, ਜਦੋਂ ਤੁਸੀਂ ਕੋਈ ਚੀਜ਼ ਚਾਹੁੰਦੇ ਹੋ ਤਾਂ ਇਹਦਾ ਕਾਰਨ ਇਹ ਹੁੰਦਾ ਹੈ ਕਿ ਉਹ ਸਭ ਕਾਸੇ ਦੀ ਇੱਛਾ ਕਾਇਨਾਤ ਦੀ ਆਤਮਾ ਵਿੱਚੋਂ ਪੈਦਾ ਹੋਈ ਹੁੰਦੀ ਹੈ। ਇਹੀ ਧਰਤੀ ਤੇ ਤੁਹਾਡਾ ਮੁੱਖ ਕਾਰਜ ਹੁੰਦਾ ਹੈ। ਉਦੋਂ ਵੀ ਜਦੋਂ ਤੁਸੀਂ ਸਿਰਫ ਸਫ਼ਰ ਹੀ ਕਰਨਾ ਚਾਹੁੰਦੇ ਹੋਵੋ ਜਾਂ ਕਿਸੇ ਕੱਪੜਾ ਵਪਾਰੀ ਦੀ ਧੀ ਨਾਲ ਸ਼ਾਦੀ ਕਰਨਾ ਚਾਹੁੰਦੇ ਹੋ। ਹਾਂ, ਇਹੀ ਨਹੀਂ ਸਗੋਂ ਖਜ਼ਾਨੇ ਦੀ ਖੋਜ ਵੀ। ਇਸ ਸੰਸਾਰ ਦੀ ਆਤਮਾ ਨੂੰ ਲੋਕਾਂ ਦੀ ਖੁਸ਼ੀ ਵਿੱਚੋਂ ਖੁਰਾਕ ਮਿਲਦੀ ਹੈ, ਨਾਲ ਦੀ ਨਾਲ ਉਦਾਸੀ ਵਿੱਚੋਂ, ਈਰਖਾ ਤੇ ਹਸਦ ਵਿੱਚੋਂ ਵੀ। ਵਿਅਕਤੀ ਦੀ ਇੱਕੋ ਇੱਕ ਜ਼ਿੰਮੇਵਾਰੀ ਆਪਣੀ ਹੋਣੀ ਨੂੰ ਪਾਉਣਾ ਹੈ। ਸਭ ਚੀਜ਼ਾਂ ਇੱਕੋ ਹੀ ਹਨ ਅਤੇ ਜਦੋਂ ਤੁਸੀਂ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਸਾਰੀ ਕਾਇਨਾਤ ਉਹਨੂੰ ਹਾਸਲ ਕਰਨ 'ਚ ਤੁਹਾਡੀ ਮਦਦ ਕਰਨ ਦੀ ਸਾਜ਼ਿਸ਼ ਰਚਦੀ ਹੈ। ਕੁਝ ਚਿਰ ਲਈ ਦੋਵੇਂ ਚੁੱਪ ਰਹੇ ਤੇ ਬਾਜ਼ਾਰ ਵੱਲ ਨੂੰ ਤੇ ਲੋਕਾਂ ਨੂੰ ਦੇਖਦੇ ਰਹੇ। ਇਸ ਚੁੱਪ ਨੂੰ ਬਜ਼ੁਰਗ ਨਹੀਂ ਤੋੜਿਆ। ਤੂੰ ਭੇਡਾਂ ਦਾ ਇੱਜੜ ਕਿਉਂ ਪਾਲਦਾ ਹੈ? ਕਿਉਂਕਿ ਮੈਂ ਸਫ਼ਰ ਕਰਨਾ ਚਾਹੁੰਦਾ। ਬਜ਼ੁਰਗ ਨੇ ਬਾਜ਼ਾਰ ਦੇ ਇੱਕ ਕੋਨੇ 'ਚ ਆਪਣੀ ਦੁਕਾਨ ਦੀ ਖਿੜਕੀ ਵਿੱਚ ਖੜੇ ਇੱਕ ਤੰਦੂਰੀਏ ਵੱਲ ਇਸ਼ਾਰਾ ਕੀਤਾ। ਜਦੋਂ ਇਹ ਬੱਚਾ ਸੀ ਤਾਂ ਇਹ ਆਦਮੀ ਵੀ ਯਾਤਰਾ ਕਰਨੀ ਚਾਹੁੰਦਾ ਸੀ, ਪਰ ਉਹਨੇ ਫੈਸਲਾ ਕੀਤਾ ਕਿ ਪਹਿਲਾਂ ਉਹ ਇੱਕ ਦੁਕਾਨ ਖੋਲ੍ਹ ਲਵੇ, ਕੁਝ ਪੈਸੇ ਬਚਾ ਲਏ। ਜਦੋਂ ਬੁੱਢਾ ਹੋਇਆ ਤਾਂ ਉਹ 1 ਮਹੀਨਾ ਅਫਰੀਕਾ 'ਚ ਬਿਤਾਏਗਾ। ਉਹਨੇ ਕਦੇ ਵੀ ਇਹ ਮਹਿਸੂਸ ਨਹੀਂ ਕੀਤਾ ਕਿ ਲੋਕ ਆਪੋ ਆਪਣੀਆਂ ਜ਼ਿੰਦਗੀਆਂ ਵਿੱਚ ਕਿਸੇ ਵੀ ਸਮੇਂ ਆਪੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਸਮਰੱਥ ਹੁੰਦੇ ਹਨ। ਮੁੰਡੇ ਨੇ ਕਿਹਾ ਉਹਨੂੰ ਆਜੜੀ ਬਣਨ ਦਾ ਫੈਸਲਾ ਕਰਨਾ ਚਾਹੀਦਾ ਸੀ। ਬਜ਼ੁਰਗ ਕਹਿਣ ਲੱਗਾ, ਹਾਂ, ਉਹਨੇ ਇਸ ਬਾਰੇ ਸੋਚਿਆ ਸੀ, ਪਰ ਆਜੜੀਆਂ ਦੇ ਮੁਕਾਬਲੇ ਤੰਦੂਰੀਏ ਵਧੇਰੇ ਅਹਿਮ ਲੋਕ ਹੁੰਦੇ ਹਨ। ਉਹਨਾਂ ਦੇ ਘਰ ਹੁੰਦੇ ਹਨ, ਜਦਕਿ ਆਜੜੀ ਖੁੱਲ੍ਹੇ ਅਸਮਾਨ ਹੇਠ ਸੌਂਦੇ ਹਨ। ਮਾਪਿਆਂ ਦੀ ਇੱਛਾ ਇਹ ਹੁੰਦੀ ਹੈ ਕਿ ਆਜੜੀਆਂ ਦੀ ਬਜਾਏ ਉਹਨਾਂ ਦੀਆਂ ਧੀਆਂ ਤੰਦੂਰੀਆਂ ਨਾਲ ਸ਼ਾਦੀ ਕਰਵਾਉਣ। ਵਪਾਰੀ ਦੀ ਧੀ ਨੂੰ ਚੇਤੇ ਕਰਦੇ ਹੋਏ ਮੁੰਡੇ ਦੇ ਦਿਲ ਨੂੰ ਖੋਹ ਪਈ। ਉਹਦੇ ਸ਼ਹਿਰ ਵਿੱਚ ਵੀ ਤਾਂ ਕੋਈ ਨਾ ਕੋਈ ਤੰਦੂਰੀਆ ਹੋਏਗਾ ਹੀ। ਬਜ਼ੁਰਗ ਨੇ ਗੱਲ ਜਾਰੀ ਰੱਖੀ, ਸਮਾਂ ਪਾ ਕੇ ਲੋਕਾਂ ਲਈ ਆਪੋ ਆਪਣੀਆਂ ਹੋਣੀਆਂ ਤੋਂ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੋ ਜਾਂਦੀ ਹੈ ਕਿ ਉਹ ਆਜੜੀਆਂ ਤੇ ਤੰਦੂਰੀਆਂ ਬਾਰੇ ਕੀ ਸੋਚਦੇ ਹੈ। ਬਜ਼ੁਰਗ ਨੇ ਕਾਗਜ਼ ਦੇ ਵਰਕੇ ਫਰੋਲਣੇ ਸ਼ੁਰੂ ਕੀਤੇ ਤੇ ਫਿਰ ਇੱਕ ਸਫ਼ਾ ਪੜ੍ਹਨ ਲੱਗ ਪਿਆ। ਮੁੰਡੇ ਨੇ ਕੁਝ ਸਮੇਂ ਲਈ ਉਡੀਕਿਆ, ਫਿਰ ਐਨ ਉਸੇ ਤਰ੍ਹਾਂ ਹੀ ਬਜ਼ੁਰਗ ਨੂੰ ਟੋਕਿਆ ਜਿਵੇਂ ਉਹਨੂੰ ਟੋਕਿਆ ਗਿਆ ਸੀ। ਤੁਸੀਂ ਇਹ ਸਾਰਾ ਕੁਝ ਮੈਨੂੰ ਕਿਉਂ ਦੱਸ ਰਹੇ ਹੋ? ਕਿਉਂਕਿ ਤੂੰ ਆਪਣੀ ਹੋਣੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਤੇ ਇਸ ਲਈ ਵੀ ਕਿ ਤੂੰ ਹੁਣ ਐਸੇ ਥਾਂ ਪਹੁੰਚ ਗਿਆ ਜਿੱਥੇ ਤੂੰ ਇਸ ਸਭ ਕਾਸੇ ਨੂੰ ਛੱਡਣ ਦੀ ਕੋਸ਼ਿਸ਼ ਕਰ ਰਿਹਾ। ਇਹਦਾ ਮਤਲਬ ਹੈ ਤੁਸੀਂ ਹਰ ਵੇਲੇ ਐਸੇ ਮੌਕੇ ਤੇ ਪਹੁੰਚਦੇ ਹੋ। ਹਰ ਵਾਰੀ ਇਸ ਢੰਗ ਨਾਲ ਤਾਂ ਨਹੀਂ, ਪਰ ਮੈਂ ਕਿਸੇ ਨਾ ਕਿਸੇ ਰੂਪ 'ਚ ਪਹੁੰਚਦਾ ਜ਼ਰੂਰ ਹਾਂ। ਕਦੇ ਕਦੇ ਮੈਂ ਕਿਸੇ ਮਸਲੇ ਦੇ ਹੱਲ ਦੇ ਰੂਪ 'ਚ ਹਾਜ਼ਰ ਹੁੰਨਾ ਜਾਂ ਫਿਰ ਇੱਕ ਚੰਗੇ ਵਿਚਾਰ ਦੇ ਰੂਪ 'ਚ। ਕਈ ਵਾਰ ਬਹੁਤ ਹੀ ਅਹਿਮ ਪਲਾਂ ਤੇ ਮੈਂ ਹਾਲਾਤ ਨੂੰ ਸੁਖਾਲਿਆਂ ਕਰ ਦਿੰਦਾ। ਮੈਂ ਹੋਰ ਵੀ ਕਈ ਕੰਮ ਕਰਦਾ, ਪਰ ਬਹੁਤੀ ਵਾਰੀ ਲੋਕ ਇਸ ਗੱਲ ਨੂੰ ਮਹਿਸੂਸ ਨਹੀਂ ਕਰਦੇ ਕਿ ਮੈਂ ਉਹਨਾਂ ਲਈ ਕੀ ਕੀਤਾ। ਬਜ਼ੁਰਗ ਨੇ ਦੱਸਿਆ ਕਿ ਹਫ਼ਤਾ ਪਹਿਲਾਂ ਹੀ ਉਹਨੂੰ ਇੱਕ ਖਾਣ ਮਜ਼ਦੂਰ ਦੇ ਕੋਲ ਜਾਣ ਲਈ ਮਜਬੂਰ ਹੋਣਾ ਪਿਆ ਸੀ। ਅਜਿਹਾ ਕਰਦੇ ਹੋਏ ਉਹਨੂੰ ਪੱਥਰ ਬਣਨਾ ਪਿਆ ਸੀ। ਖਾਣ ਮਜ਼ਦੂਰ ਨੇ ਮਰਕਤ ਪੰਨੇ ਦੀ ਭਾਲ ਕਰਨ ਲਈ ਉਹ ਸਾਰਾ ਕੁਝ ਤਿਆਗ ਦਿੱਤਾ ਸੀ। 5 ਸਾਲਾਂ ਲਈ ਉਹ ਕਿਸੇ ਦਰਿਆ 'ਚ ਕੰਮ ਕਰਦਾ ਰਿਹਾ ਸੀ ਤੇ ਉਹਨੇ ਮਰਕਤ ਲੱਭਣ ਲਈ ਲੱਖਾਂ ਹੀ ਪੱਥਰ ਜਾਂਚ ਲਏ ਸੀ। ਉਹ ਆਪਣੀ ਇਸ ਖੋਜ ਨੂੰ ਇਸ ਵੇਲੇ ਤਿਆਗਣ ਦੀ ਸੋਚ ਰਿਹਾ ਸੀ ਜਿਸ ਵੇਲੇ ਜੇ ਉਹ ਇੱਕ ਵੀ ਹੋਰ ਪੱਥਰ ਜਾਂਚਦਾ ਤਾਂ ਉਹਨੂੰ ਪੰਨਾ ਲੱਭ ਪੈਣਾ ਸੀ, ਕਿਉਂਕਿ ਖਾਣ ਮਜ਼ਦੂਰ ਨੇ ਆਪਣੀ ਹੋਣੀ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਸੀ। ਇਸ ਲਈ ਬਜ਼ੁਰਗ ਨੇ ਦਖਲ ਦੇਣ ਦਾ ਫੈਸਲਾ ਕੀਤਾ। ਉਹਨੇ ਆਪਣੇ ਆਪ ਨੂੰ ਪੱਥਰ 'ਚ ਤਬਦੀਲ ਕੀਤਾ ਤੇ ਰਿੜ ਕੇ ਖਾਣ ਮਜ਼ਦੂਰ ਦੇ ਪੈਰਾਂ ਕੋਲ ਜਾ ਡਿੱਗਿਆ। 5 ਸਾਲਾਂ ਦੇ ਗੁੱਸੇ ਤੇ ਨਿਰਾਸ਼ਾ ਕਾਰਨ ਪਰੇਸ਼ਾਨ ਹੋਏ ਮਜ਼ਦੂਰ ਨੇ ਇਹ ਪੱਥਰ ਚੁੱਕਿਆ ਤੇ ਇਹਨੂੰ ਚੁੱਕ ਕੇ ਪਰਾਂ ਵਗਾ ਮਾਰਿਆ। ਪਰ ਉਹਨੇ ਪੱਥਰ ਇੰਨੀ ਜ਼ੋਰ ਨਾਲ ਸੁੱਟਿਆ ਸੀ ਕਿ ਜਿਸ ਪੱਥਰ ਉੱਤੇ ਜਾ ਕੇ ਲੱਗਾ ਉਹ ਟੁੱਟ ਗਿਆ। ਉਸ ਟੁੱਟੇ ਹੋਏ ਪੱਥਰ ਦੇ ਵਿੱਚ ਉਹਨੇ ਦੇਖਿਆ ਕਿ ਸੰਸਾਰ ਦਾ ਸਭ ਤੋਂ ਖੂਬਸੂਰਤ ਪੰਨਾ ਜੜਿਆ ਪਿਆ ਸੀ।
ਬਜ਼ੁਰਗ ਨੇ ਥੋੜੀ ਜਿਹੀ ਕੁੜੱਤਣ ਨਾਲ ਕਿਹਾ, ਲੋਕ ਆਪਣੀ ਜ਼ਿੰਦਗੀ ਦੇ ਸ਼ੁਰੂ ਦੇ ਸਾਲਾਂ 'ਚ ਹੀ ਜਾਣ ਜਾਂਦੇ ਹੈ ਕਿ ਉਹਨਾਂ ਦੇ ਹੋਣ ਦਾ ਕਾਰਨ ਕੀ ਹੈ। ਖਬਰੇ ਇਹੀ ਕਾਰਨ ਹੈ ਕਿ ਉਹ ਛੇਤੀ ਵਿੱਚੇ ਛੱਡ ਜਾਂਦੇ ਆ, ਪਰ ਜ਼ਿੰਦਗੀ ਇਸੇ ਤਰ੍ਹਾਂ ਦੀ ਹੈ। ਮੁੰਡੇ ਨੇ ਬਜ਼ੁਰਗ ਨੂੰ ਚੇਤੇ ਕਰਵਾਇਆ ਕਿ ਉਹਨੇ ਛੁਪੇ ਹੋਏ ਖਜ਼ਾਨੇ ਬਾਰੇ ਕੁਝ ਕਿਹਾ ਸੀ। ਬਜ਼ੁਰਗ ਨੇ ਕਿਹਾ, ਵਹਿੰਦੇ ਪਾਣੀ ਦੀ ਤਾਕਤ ਹੀ ਖਜ਼ਾਨੇ ਨੂੰ ਲੱਭਣ 'ਚ ਮਦਦ ਕਰਦੀ ਹੈ ਤੇ ਪਾਣੀ ਦੀਆਂ ਲਹਿਰਾਂ ਹੀ ਇਹਨੂੰ ਦੱਬੀ ਰੱਖਦੀਆਂ। ਜੇ ਤੂੰ ਆਪਣੇ ਖਜ਼ਾਨੇ ਬਾਰੇ ਜਾਣਨਾ ਚਾਹੁੰਦਾ ਤਾਂ ਤੈਨੂੰ ਆਪਣੀਆਂ ਭੇਡਾਂ ਦਾ 10ਵਾਂ ਹਿੱਸਾ ਮੈਨੂੰ ਦੇਣਾ ਪਏਗਾ। ਜੇ ਤੈਨੂੰ ਆਪਣੇ ਖਜ਼ਾਨੇ ਦਾ 10ਵਾਂ ਹਿੱਸਾ ਦੇ ਦੇਵਾਂ ਤਾਂ? ਬਜ਼ੁਰਗ ਦੇ ਚਿਹਰੇ ਤੇ ਨਿਰਾਸ਼ਾ ਦਾ ਪ੍ਰਭਾਵ ਆਇਆ। ਉਸ ਕਿਹਾ, ਜੋ ਕੁਝ ਅਜੇ ਤੱਕ ਤੇਰੇ ਕੋਲ ਹੈ ਹੀ ਨਹੀਂ, ਜੇ ਤੂੰ ਉਹਦੇ 'ਚ ਕੁਝ ਹਿੱਸੇ ਲੋਕਾਂ ਨੂੰ ਦੇਣ ਦੇ ਵਾਅਦੇ ਹੁਣੇ ਤੋਂ ਕਰਨੇ ਸ਼ੁਰੂ ਕਰ ਦੇਂਗਾ, ਤੇਰੇ ਅੰਦਰ ਇਹਨੂੰ ਹਾਸਲ ਕਰਨ ਦੀ ਇੱਛਾ ਹੀ ਜਾਂਦੀ ਰਹੇਗੀ। ਮੁੰਡੇ ਨੇ ਉਹਨੂੰ ਦੱਸਿਆ ਕਿ ਉਹਨੇ ਪਹਿਲਾਂ ਇੱਕ ਜਿਪਸੀ ਔਰਤ ਨੂੰ ਆਪਣੇ ਖਜ਼ਾਨੇ ਦਾ 10ਵਾਂ ਹਿੱਸਾ ਦੇਣਾ ਮੰਨ ਲਿਆ ਹੋਇਆ। ਬਜ਼ੁਰਗ ਨੇ ਹੌਕਾ ਭਰਿਆ ਤੇ ਕਿਹਾ, ਜਿਪਸੀਆਂ ਕੋਲ ਲੋਕਾਂ ਤੋਂ ਇਸ ਤਰ੍ਹਾਂ ਦੇ ਕੰਮ ਕਰਵਾਉਣ ਦਾ ਹੁਨਰ ਹੈ। ਫਿਰ ਵੀ ਚੰਗੀ ਗੱਲ ਹੈ ਕਿ ਤੈਨੂੰ ਇਹ ਪਤਾ ਲੱਗ ਗਿਆ ਹੈ ਕਿ ਜ਼ਿੰਦਗੀ ਵਿੱਚ ਹਰੇਕ ਚੀਜ਼ ਦਾ ਮੁੱਲ ਹੁੰਦਾ ਹੈ। ਇਹੀ ਕੁਝ ਤਾਂ ਰੌਸ਼ਨੀ ਦੇ ਜੰਗਜੂ ਸਿਖਾਉਣ ਦੀ ਕੋਸ਼ਿਸ਼ ਕਰਦੇ ਹੈ। ਬਜ਼ੁਰਗ ਨੇ ਕਿਤਾਬ ਮੁੰਡੇ ਨੂੰ ਵਾਪਸ ਕਰ ਦਿੱਤੀ। ਕੱਲ ਨੂੰ ਇਸ ਵੇਲੇ ਆਪਣੀਆਂ ਭੇਡਾਂ ਦਾ 10ਵਾਂ ਹਿੱਸਾ ਮੇਰੇ ਕੋਲ ਲੈ ਆਈ। ਮੈਂ ਤੈਨੂੰ ਇਹਦੇ ਬਦਲੇ ਇਹ ਦੱਸਾਂਗਾ ਕਿ ਛਿਪਿਆ ਖਜ਼ਾਨਾ ਕਿਵੇਂ ਲੱਭਣਾ ਹੈ। ਚੰਗਾ, ਅਲਵਿਦਾ। ਤੇ ਉਸ ਬਾਜ਼ਾਰ ਦੇ ਕੋਨੇ 'ਚੋਂ ਮੁੜ ਕੇ ਅੱਖੋਂ ਓਹਲੇ ਹੋ ਗਿਆ।